तकिया कलाम बंद करना चाहिए। 75 साल कुछ नहीं होया। हो सकता ਜਿਹੜੇ पैदा ਹੋਏ ਪੋਲੀਟੀਸ਼ੀਅਨ ਜੇ 75 ਸਾਲਾਂ ਬਾਅਦ ਮੈਡੀਕਲ ਸਹੂਲਤਾਂ ਨਾ ਹੁੰਦੀਆਂ ਤੇ ਪੈਦਾ ਹੋਣ ਤੋਂ ਪਹਿਲਾਂ ਮਰ ਜਾਂਦੇ। ਗੁਜਰਾਤ ਜਿੱਤਣ ਤੋਂ ਬਾਅਦ ਕੀ ਹੁਣ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਤੇ ਆਉਂਦੀ ਦਿਖ ਰਹੀ ਹੈ ਦੇਸ਼ 'ਚ। ਬੀਜੇਪੀ ਦੀ ਸਟ੍ਰੈਟਜੀ ਜਿਹੜੀ ਹੁਣ ਤੋਂ ਬਣਨੀ ਸ਼ੁਰੂ ਹੋ ਗਈ ਕਿ ਪੰਜਾਬ ਨੂੰ ਕਿੱਦਾਂ 2024 ਦੇ ਵਿੱਚ ਜਿਹੜਾ ਤੁਸੀਂ ਟੈਕਲ ਕਰਨਾ ਹੈ। ਕਰਪਸ਼ਨ ਮੁੱਦਾ ਲੋਕਾਂ ਦਾ ਮੁੱਦਾ ਹੁੰਦਾ ਪਰ ਕਦੀ ਵੀ ਕਿਤੇ ਜਿਹੜਾ ਬਹੁਤ ਵੱਡਾ ਇਹ ਮੁੱਦਾ ਨਹੀਂ ਬਣਦਾ। ਮਹਿੰਗਾਈ ਮੁੱਦਾ ਹੁੰਦਾ ਵਾ ਪਰ ਕਿਤੇ ਵੀ ਇਹ ਜਿਹੜਾ ਇਲੈਕਸ਼ਨ ਦੇ ਵਿੱਚ ਉਸ ਤਰੀਕੇ ਨਾਲ ਮਟੀਰੀਅਲਾਈਜ਼ ਨਹੀਂ ਹੁੰਦਾ। ਮੁੱਖ ਵਿਰੋਧੀ ਧਿਰ ਹੈਗੀ ਕਾਂਗਰਸ ਉਹ ਬਿਲਕੁਲ ਹਾਸ਼ੀਏ ਤੇ ਪਹੁੰਚ ਚੁੱਕੀ ਹੈ। ਹੋ ਸਕਦਾ ਹੁਣ ਰਿਵਾਈਵ ਹੋ ਜਾਵੇ ਕਿਉਂਕਿ ਉਹਨਾਂ ਦਾ ਹਿਮਾਚਲ ਜਿੱਤਣਾ ਇੱਕ ਮਿਰੇਕਲ ਹੈਗਾ। ਕਾਂਗਰਸ ਨੂੰ ਸ਼ਾਂਤੀ ਕਰਨੀ ਪਊਗੀ। ਜਿਹੜੇ ਖਾਨਦਾਨੀ ਬੰਦੇ ਹੈਗੇ ਆ ਜਾਂ ਜਿਹੜੇ ਉਸ ਕਿਸਮ ਦੇ ਆਪਣੇ ਆਪ ਨੂੰ ਕਹਿੰਦੇ ਵੀ ਸਾਡੇ ਬਾਬੇ ਦਾਦੇ ਨੇ ਬਹੁਤ ਕੀਤਾ ਸੀ ਉਹਦਾ ਖੱਟਿਆ ਖਾ ਰਹੇ ਆ ਜਾਂ ਜਿਹੜੇ ਉਹਦੇ ਵਿੱਚ ਕਰਪਟ ਐਨੀਮਲਸ ਹੈਗੇ ਆ। ਅਕਾਲੀ ਦਲ ਕੋਲ ਹੈ ਕੀ ਆ? ਅਕਾਲੀ ਦਲ ਖਿਲ ਰਿਹਾ ਪਿਆ ਹੈਗਾ। ਅਕਾਲੀ ਦਲ ਆਪਣੀ ਕਿਸਮ ਦੀ ਜਿਹੜੀ ਲੀਡਰਸ਼ਿਪ ਦੀ ਲੈਜੀਟੀਮੇਸੀ ਕਿੱਥੇ ਹੈਗੀ ਆ? ਅਕਾਲੀ ਦਲ ਦਾ ਥੱਲਿਓਂ ਜਿਹੜਾ ਹੈਗਾ ਢਾਂਚਾ ਸਾਰਾ ਵਾ ਉਹ ਵਿਖਰਿਆ ਪਿਆ, ਉਹਨੂੰ ਠੀਕ ਕਰਨ ਦੀ ਲੋੜ ਹੈਗੀ ਆ। ਸਰਕਾਰ ਚੰਡੀਗੜ੍ਹੋਂ ਤਾਂ ਆਰਡਰ ਕਰਦੀ ਹੈ, ਚੰਡੀਗੜ੍ਹ ਤਾਂ ਕਾਗਜ਼ ਜਾਂਦਾ ਹੈ ਕਿ ਉਹਦਾ ਅਸਰ ਪਿੰਡਾਂ ਦੇ ਵਿੱਚ ਬੈਠੇ ਇੱਕ ਆਮ ਬੰਦੇ ਨੂੰ ਮਿਲਦਾ ਹੈ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਹਿਮਾਚਲ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਤੇ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਯਾਨੀ ਕਿ ਨਗਰ ਨਿਗਮ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਤੇ ਇਹਨਾਂ ਚੋਣਾਂ ਤੋਂ ਬਾਅਦ ਤਿੰਨੋਂ ਪਾਰਟੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਤਿੰਨੋਂ ਖੁਸ਼ ਨੇ। ਖੁਸ਼ ਇਸ ਕਰਕੇ ਹੈ ਉਹ ਕਹਿੰਦੇ ਭਾਈ ਅਸੀਂ ਇਹ ਜਿੱਤ ਲਿਆ, ਉਹ ਕਹਿੰਦੇ ਅਸੀਂ ਉਹ ਜਿੱਤ ਲਿਆ, ਤੀਸਰਾ ਕਹਿੰਦਾ ਭਾਈ ਅਸੀਂ ਤਾਂ ਜਿੱਤੇ ਹੀ ਬੈਠੇ ਸੀਗੇ। ਇਸ ਜਿੱਤ ਪਿੱਛੇ ਹਾਰ ਕਿਹਦੀ ਹੋਈ ਹੈ ਤੇ ਅੰਕੜੇ ਕੀ ਕੁਝ ਕਹਿ ਰਹੇ ਨੇ? ਕੀ ਸੱਚਮੁੱਚ ਜਿਸ ਤਰੀਕੇ ਦੇ ਨਾਲ ਤਿੰਨਾਂ ਧਿਰਾਂ ਨੇ ਤਿੰਨਾਂ ਪਾਰਟੀਆਂ ਨੇ ਸੋਚਿਆ ਸੀ ਉਸੇ ਤਰੀਕੇ ਦੇ ਨਾਲ ਚੋਣ ਨਤੀਜੇ ਆਏ ਨੇ? ਇਹਨਾਂ ਚੋਣ ਅੰਕੜਿਆਂ ਦੀ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪ੍ਰੋਫੈਸਰ ਜਗਰੂਪ ਸਿੰਘ ਸੇਖੋ ਜੀ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਖਾਸ ਮਹਿਮਾਨ ਨੇ। ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੀ ਕੁਝ ਇਹਨਾਂ ਚੋਣਾਂ ਦੇ ਵਿੱਚ ਰਿਹਾ ਤੇ ਕੀ ਕੁਝ ਜਿਹੜਾ ਅੱਖਾਂ ਦੇ ਓਲੇ ਪਿਆ ਜੋ ਸਮਝਣ ਦੀ ਜ਼ਰੂਰਤ ਹੈ। ਪ੍ਰੋਫੈਸਰ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਕਿਵੇਂ ਦੇਖਦੇ ਹੋ ਜੀ ਇਹਨਾਂ ਚੋਣ ਨਤੀਜਿਆਂ ਨੂੰ? ਪੋਲੀਟੀਕਲ ਪਾਰਟੀਆਂ ਸਾਰੀਆਂ ਖੁਸ਼ ਨੇ। ਉਹ ਕਹਿੰਦੇ ਦਿੱਲੀ, ਆਮ ਆਦਮੀ ਕਹਿੰਦੀ ਅਸੀਂ ਦਿੱਲੀ ਜਿੱਤ ਲਿਆ, ਬੀਜੇਪੀ ਕਹਿੰਦੀ ਗੁਜਰਾਤ ਜਿੱਤ ਲਿਆ, ਕਾਂਗਰਸ ਕਹਿੰਦੀ ਲੋ ਜੀ ਸਾਰੇ ਦੇਸ਼ 'ਚ ਡੁੱਬੇ ਪਏ ਸੀ ਹਿਮਾਚਲ ਆ ਗਿਆ, ਹੁਣ ਸਿੱਧਾ ਤੁਣਕਾ ਜਿਹਾ ਵੱਜਿਆ, ਹੁਣ ਚੜ੍ਹ ਜੂ ਗੁੱਡੀ ਸਾਡੀ। ਮੈਂ ਤੁਹਾਡੀ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਆ ਕਿ ਆਮ ਆਦਮੀ ਕਹਿ ਰਹੀ ਆ ਕਿ ਉਹ ਵੀ ਖੁਸ਼ ਹੋ ਗਈ ਆ ਕਿ ਦਿੱਲੀ ਜਿੱਤ ਲਈ ਆ, ਮਿਊਨਿਸਪਲ ਕਾਰਪੋਰੇਸ਼ਨ ਜਿੱਤੀ ਉਹਨਾਂ ਨੇ ਜੀ, ਨੈਸ਼ਨਲ ਪਾਰਟੀ ਵੀ ਬਣ ਜਾਊਗੀ। ਪਰ ਜੋ ਗੁਜਰਾਤ ਦੇ ਵਿੱਚ ਜਿਸ ਤਰ੍ਹਾਂ ਐਕਸਪੈਕਟ ਕਰ ਰਹੇ ਸੀਗੇ ਉਹ ਉਹਨਾਂ ਨੂੰ ਨਹੀਂ ਮਿਲਿਆ ਜੀ। ਔਰ ਜਿਸ ਕਿਸਮ ਦੇ ਕਲੇਮ ਹੋ ਰਹੇ ਸੀਗੇ ਜਾਂ ਜਿਸ ਕਿਸਮ ਦਾ ਲਿਖ ਕੇ ਦਿੱਤਾ ਜਾ ਰਿਹਾ ਸੀਗਾ ਉਹ ਹੁਣ ਉਹ ਉਸ ਤਰੀਕੇ ਨਾਲ ਅਚੀਵ ਨਹੀਂ ਹੋਇਆ। ਰਾਦਰ ਬੈਕਫੁੱਟ 'ਤੇ ਆਉਣਾ ਪਿਆ। ਦਿੱਲੀ ਦੇ ਵਿੱਚ ਜਿਹੜਾ ਹੈਗਾ ਸੀ ਇਹਦੀ ਜਿੱਤ ਹੈਗੀ ਆ ਉਹ ਆਪਾਂ ਸਾਰਿਆਂ ਨੇ ਦੇਖੀ ਆ ਕਿ ਸਾਰੇ ਜਿਹੜੇ ਸੰਕੇਤਾਂ ਦੇ ਉਲਟ ਬੀਜੇਪੀ ਨੇ ਬਹੁਤ ਵਧੀਆ ਪਰਫਾਰਮ ਕੀਤਾ ਜੀ। ਔਰ ਖਾਸ ਕਰਕੇ ਦਿੱਲੀ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਉੱਤੇ ਉਂਗਲਾਂ ਉਠਾਈਆਂ ਜਾ ਰਹੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਬਹੁਤ ਜਿਹੜੀ ਹੈਗੀ ਆ ਉਹ ਢਿੱਲੀ ਰਹੀ ਆ ਜੀ। ਇਸ ਕਰਕੇ ਇਹਦਾ ਜਿਹੜਾ ਖੁਸ਼ ਹੋਣਾ ਬਹੁਤ ਜ਼ਰੂਰੀ ਆ। ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ, ਜਿਸ ਤਾਮ ਜਾਮ ਦੇ ਨਾਲ ਜਾਂ ਜਿਸ ਰੌਲੇ ਰੱਪੇ ਦੇ ਨਾਲ ਜਾਂ ਜਿਸ ਕਿਸਮ ਦੀ ਐਡਵਰਟਾਈਜ਼ਮੈਂਟ ਦੇ ਨਾਲ ਜਾਂ ਕਿਸ ਜਿਵੇਂ ਪੂਰੀ ਫੋਰਸ ਦੇ ਨਾਲ ਗੁਜਰਾਤ ਦੇ ਵਿੱਚ ਹੱਲਾ ਗੁੱਲਾ ਕੀਤਾ ਗਿਆ, ਗੁਜਰਾਤ ਦੇ ਵਿੱਚ ਜਾ ਕੇ ਸਾਰਾ ਆਪਣਾ ਸਮਾਂ ਲਾਇਆ ਗਿਆ। ਕੇਜਰੀਵਾਲ ਸਾਹਿਬ ਵੱਲੋਂ ਵੀ, ਦਿੱਲੀ ਦੇ ਮੰਤਰੀਆਂ ਵੱਲੋਂ ਵੀ, ਪੰਜਾਬ ਤਾਂ ਸ਼ਾਇਦ ਸਾਰਾ ਹੀ ਉੱਥੇ ਬੈਠਾ ਰਿਹਾ। ਮੈਨੂੰ ਲੱਗਦਾ ਕਿ ਉਹ ਜਿਹੜੀ ਉਹਨਾਂ ਦੀ ਵੋਟ ਪਰਸੈਂਟੇਜ ਹੈਗੀ ਆ ਜਾਂ ਜਿਹੜੀ ਉਹਦੀ ਉੱਥੇ ਜਿਹੜੀ ਆਪਣੀ ਅਚੀਵਮੈਂਟ ਹੈਗੀ ਆ ਉਹ ਉੱਥੇ ਅੰਡਰ ਅਚੀਵਰ ਹੈਗੇ ਆ ਜੀ। ਮਹੀਨਾ ਕੁ ਪਹਿਲਾਂ ਸਾਨੂੰ ਲੱਗਦਾ ਸੀਗਾ ਕਿ ਇਹਦਾ ਵੋਟ ਸ਼ੇਅਰ ਜਿਹੜਾ ਹੈਗਾ ਉਹ 21-22% ਤੇ ਪਹੁੰਚ ਜਾਊਗਾ ਕਿਉਂਕਿ ਇਹਨੇ ਵੱਡਾ ਜਿਹੜੀ ਸੇਧਮਾਰੀ ਕੀਤੀ ਸੀ ਉਹ ਕਾਂਗਰਸ ਦੇ ਵੋਟ ਸ਼ੇਅਰ 'ਚ ਕੀਤੀ ਸੀ। 2017 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦਾ 42-43% ਸੀਗਾ ਤੇ ਬੀਜੇਪੀ ਦਾ ਜਿਹੜਾ ਸੀ 49% ਸੀਗਾ। ਕਾਂਗਰਸ ਦੀਆਂ 77 ਸੀਟਾਂ ਸੀਗੀਆਂ, ਬੀਜੇਪੀ ਦੀਆਂ 99 ਸੀਟਾਂ ਸੀਗੀਆਂ। ਤੋ ਇਸ ਕਰਕੇ ਉਹ ਇਹ ਕਾਂਗਰਸ ਦੇ ਅੱਧ ਦੇ ਵਿੱਚ ਆ ਗਈ ਸੀ। ਪਰ ਸਭ ਤੋਂ ਜ਼ਰੂਰੀ ਗੱਲ ਵੇਖਣ ਵਾਲੀ ਹੈਗੀ ਆ ਕਿ ਇੱਕ ਮਹੀਨੇ 'ਚ ਕੀ ਵਾਪਰਿਆ ਕਿ ਇਹਦਾ 21-22% ਤੋਂ ਜਿਹੜਾ ਵੋਟ ਸ਼ੇਅਰ ਸਾਨੂੰ ਲੱਗਦਾ ਸੀ ਮਿਲ ਰਿਹਾ ਵਾ ਉਹ ਆਣ ਕੇ 13% ਤੇ ਸਿਮਟ ਗਿਆ। ਇਹਦਾ ਮਤਲਬ ਹੈਗਾ ਕਿ ਉਸ ਇੱਕ ਮਹੀਨੇ ਦੇ ਵਿੱਚ ਜਿਹੜੀ ਇਹਨਾਂ ਦੀ ਉੱਥੇ ਪਰਫਾਰਮੈਂਸ ਰਹੀ ਹੈਗੀ ਉਹ ਅਪ ਟੂ ਡੇਟ ਨਹੀਂ ਹੈਗੀ।
ਉਹ ਲੋਕਾਂ ਦੀ ਐਕਸਪੈਕਟੇਸ਼ਨ ਤੇ ਨਹੀਂ ਉਤਰੀ, ਜਾਂ ਜਿਸ ਕਿਸਮ ਦਾ ਇਹਨਾਂ ਦਾ ਪ੍ਰਚਾਰ ਕੀਤਾ। ਇਹ ਗੱਲ ਹੈਗੀ ਆ, ਪਾਰਲੀਮੈਂਟ ਨਿਜ਼ਾਮ ਦੇ ਵਿੱਚ ਕਿਸੇ ਵੀ ਪਾਰਟੀ ਦਾ ਤਗੜਾ ਹੋਣਾ ਬਹੁਤ ਜ਼ਰੂਰੀ ਆ, ਪਾਰਟੀ ਦਾ ਢਾਂਚਾ ਉਹ ਸਟੇਟ ਹੋਣਾ ਬਹੁਤ ਜ਼ਰੂਰੀ ਆ। ਕਾਂਗਰਸ ਬਿਲਕੁਲ ਹਾਸ਼ੀਏ ਤੇ ਗਈ ਹੋਈ ਵੀ ਜਿਹੜੀ ਹੈਗੀ ਆ, ਉਹ 27-28% ਵੋਟ ਸ਼ੇਅਰ ਵੀ ਲੱਗੀ ਸੀ, ਸੀਟਾਂ ਨਹੀਂ ਮਿਲੀਆਂ ਜੀ। ਕਿਉਂਕਿ ਹੋਇਆ ਇਹ ਕਿ ਜਿਹੜਾ ਕਾਂਗਰਸ ਦਾ ਵੋਟ ਸ਼ੇਅਰ ਇਹਨੇ ਜ਼ਿਆਦਾ ਖਿੱਚਿਆ ਹੈਗਾ ਵਾ, ਤੇ ਜਿਹੜੇ ਅਦਰਸ ਹੈਗੇ ਸੀ ਉਹ ਸਾਰੇ ਬੀਜੇਪੀ ਦੇ ਖਾਤੇ ਚਲੇ ਗਏ। ਤਾਂ ਬੀਜੇਪੀ ਦਾ ਵੋਟ ਸ਼ੇਅਰ 49% ਤੋਂ 54% ਹੋ ਗਿਆ, ਕਾਂਗਰਸ ਦਾ 43% ਤੋਂ ਜਿਹੜਾ 27-28% ਹੋ ਗਿਆ, ਇਹਨਾਂ ਦੇ ਹਿੱਸੇ 13% ਹੋ ਗਿਆ। ਸੋ ਇਨਡਾਇਰੈਕਟਲੀ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਇਹ ਲੀਡ ਦਿਵਾਉਣ ਦੇ ਵਿੱਚ ਬਹੁਤ ਵੱਡਾ ਰੋਲ, ਮੈਂ ਨਹੀਂ ਕਹਿੰਦਾ ਵੀ ਚਾਹੁੰਦੇ ਸੀ ਵੀ ਉਹਨੂੰ ਚਲਾ ਜਾਵੇ, ਪਰ ਇਹ ਕੋਈ ਚੈਰਿਟੀ ਸ਼ੋਅ ਤਾਂ ਹੁੰਦਾ ਨਹੀਂਗਾ। ਜਿਹੜਾ ਇਹਨਾਂ ਦੀ ਪਰਫਾਰਮੈਂਸ ਰਹੀ ਆ, ਜਿਹੜੀ ਇਹਨਾਂ ਨੂੰ ਵੋਟਾਂ ਮਿਲੀਆਂ, ਜਿੱਥੋਂ ਵੋਟ ਪ੍ਰਾਪਤ ਹੋਈ ਆ, ਜ਼ਿਆਦਾਤਰ ਵੋਟਾਂ ਇਹਨੇ ਕਾਂਗਰਸ ਦੀਆਂ ਕੱਟੀਆਂ। ਹਾਂ, ਦੂਸਰੇ ਪਾਸੇ ਇਹ ਸੀਗਾ ਕਿ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਜਿਹੜੇ ਗੁਜਰਾਤ ਦੇ ਲੋਕ ਸੀਗੇ, ਉਹ ਜਿਹੜੀ ਸਰਕਾਰ ਦੀ ਪਰਫਾਰਮੈਂਸ ਤੋਂ ਤੇ ਜਾਂ ਕੇਂਦਰ ਸਰਕਾਰ ਦੀ ਪਰਫਾਰਮੈਂਸ ਤੋਂ ਕਾਫੀ ਵੱਡੀ ਗਿਣਤੀ 'ਚ ਸੰਤੁਸ਼ਟ ਦਿਖਾਈ ਦੇ ਕੇ ਆਲਮੋਸਟ 43-44% ਲੋਕਾਂ ਨੇ ਕਿਹਾ ਕਿ ਅਸੀਂ ਇਹਦੇ ਨਾਲ ਸੈਟੀਸਫਾਈਡ ਹੈਗੇ ਆ, ਭਾਵੇਂ ਕਿ ਮੈਜੋਰਟੀ ਜਿਹੜੀ ਸੈਟੀਸਫਾਈਡ ਨਹੀਂ ਸੀ ਹੈਗੀ, ਪਰ ਫਿਰ ਵੀ ਉਹ ਕਹਿੰਦੇ ਸੀਗੇ ਵੀ ਠੀਕ ਆ, ਅਸੀਂ ਜੋ ਇਹਨਾਂ ਨੇ ਕੰਮ ਕੀਤਾ, ਕਿਸਾਨ ਖੁਸ਼ ਸੀਗੇ, ਹਰ ਕਮਿਊਨਿਟੀ ਖੁਸ਼ ਸੀਗੀਆਂ। ਮਤਲਬ ਜਿਹੜਾ ਖਾਸ ਕਰਕੇ ਜਿਹੜਾ ਪਸਮੰਦਾ ਮੁਸਲਿਮਸ ਹੈਗੇ ਆ, ਜਿਹੜੇ ਬੈਕਵਰਡ ਆ, ਡਾਊਨ ਟਰੋਡਨ ਮੁਸਲਿਮ ਆ, ਉਹਦਾ ਵੀ ਜਿਹੜਾ ਹੈਗੇ ਸੀ ਲੋਕ ਜਿਹੜੇ ਸੀ ਉਹ ਜ਼ਿਆਦਾ ਖੁਸ਼ ਸੀ। 25% ਮੁਸਲਿਮ ਪਾਪੂਲੇਸ਼ਨ ਖੁਸ਼ ਸੀ, ਉਹਦੇ ਚੋਂ ਪਾਰਟੀਦਾਰ ਖੁਸ਼ ਸੀਗੇ। ਬੀਜੇਪੀ ਨੇ ਸਾਰਾ ਮੈਨੇਜ ਕੀਤਾ, ਕਿਉਂਕਿ ਬੀਜੇਪੀ ਕਿਸੇ ਵੀ ਲੈਵਲ ਤੇ ਨਹੀਂ ਚਾਹੁੰਦੀ ਸੀਗੀ ਵੀ ਉਹ ਗੁਜਰਾਤ ਉਹਨਾਂ ਦੇ ਹੱਥੋਂ ਖਿਸਕ ਜਾਵੇ। ਸਾਰੀ ਉਹਨਾਂ ਨੇ ਫੋਰਸ ਉੱਤੇ ਬਿਠਾਤੀ, ਪ੍ਰਧਾਨ ਮੰਤਰੀ ਸਾਹਿਬ ਉੱਥੇ ਰਹੇ, ਉਹਨਾਂ ਇਸ਼ੂ ਬਣਾ ਲਿਆ ਇਸ ਚੀਜ਼ ਨੂੰ। ਤੇ ਮੈਨੂੰ ਲੱਗਦਾ ਵੀ ਜਿਹੜਾ ਕੇਜਰੀਵਾਲ ਦਾ ਇਹ ਏਜੰਡਾ ਸੀਗਾ, ਕਰਪਸ਼ਨ ਮੁੱਦਾ ਲੋਕਾਂ ਦਾ ਮੁੱਦਾ ਹੁੰਦਾ, ਪਰ ਕਦੀ ਵੀ ਕਿਤੇ ਜਿਹੜਾ ਬਹੁਤ ਵੱਡਾ ਇਹ ਮੁੱਦਾ ਨਹੀਂ ਬਣਦਾ। ਮਹਿੰਗਾਈ ਮੁੱਦਾ ਹੁੰਦਾ ਵਾ, ਪਰ ਕਿਤੇ ਵੀ ਇਹ ਜਿਹੜਾ ਇਲੈਕਸ਼ਨ ਦੇ ਵਿੱਚ ਉਸ ਤਰੀਕੇ ਨਾਲ ਮਟੀਰੀਅਲਾਈਜ਼ ਨਹੀਂ ਹੁੰਦਾ। ਤਾਂ ਇਸ ਕਰਕੇ ਬੀਜੇਪੀ ਨੂੰ ਉੱਥੇ ਐਡਵਾਂਟੇਜ ਹੋ ਗਿਆ। ਦੂਸਰੀ ਗੱਲ ਰਹੀ ਵੀ ਜਿਸ ਤਰੀਕੇ ਇਹਨਾਂ ਨੇ ਹਿਮਾਚਲ 'ਚੋਂ ਵਿਡਰਾਅ ਕੀਤਾ, ਉਹ ਕਈ ਕਿਸਮ ਦੇ ਜਿਹੜੇ ਸ਼ੰਕੇ ਪੈਦਾ ਕਰਦੇ ਆ ਆਮ ਆਦਮੀ ਪਾਰਟੀ ਵਾਲੇ। ਪਹਿਲੀ ਗੱਲ ਤਾਂ ਇਹ ਹੈਗਾ ਵੀ ਇਹਦੇ ਕੋਈ ਯੂਨਿਟ ਨਹੀਂ ਹੈ, ਸਟੇਟਾਂ ਦੇ ਵਿੱਚ ਯੂਨਿਟ ਨਹੀਂ ਹੈਗਾ। ਦਿੱਲੀ 'ਚੋਂ ਜਿੱਤ ਕੇ ਪੰਜਾਬ ਦੇ ਵਿੱਚ ਆਏ, ਹੁਣ ਪੰਜਾਬ ਦੇ ਵਿੱਚ ਕਹੀਏ ਪਾਰਟੀ ਹੈਗੀ। ਪਾਰਟੀ ਜਿਹੜਾ ਸਟਰਕਚਰ ਹੋਣਾ ਚਾਹੀਦਾ ਪਾਰਲੀਮੈਂਟ ਸਿਸਟਮ ਦੇ ਵਿੱਚ, ਗਰਾਊਂਡ ਲੈਵਲ ਤੋਂ ਲੈ ਕੇ ਗ੍ਰਾਸ ਰੂਟ ਲੈਵਲ ਤੋਂ ਲੈ ਕੇ ਉੱਪਰਲੇ ਪਾਸੇ ਤੱਕ ਜਿਹੜਾ ਇੱਕ ਇਲੈਕਟਡ ਸਿਸਟਮ ਹੋਵੇ, ਚਾਹੇ ਵਿਲੇਜ ਦਾ ਹੋਵੇ, ਚਾਹੇ ਬਲਾਕ ਦਾ ਹੋਵੇ, ਡਿਸਟ੍ਰਿਕਟ ਦਾ ਹੋਵੇ, ਜਾਂ ਉਸ ਤੋਂ ਬਾਅਦ ਆਪਣੇ ਸਟੇਟ ਦਾ ਹੋਵੇ, ਫਿਰ ਨੈਸ਼ਨਲ ਦਾ ਹੋਵੇ। ਇਹ ਪਿਛਲੇ 10-12 ਸਾਲਾਂ ਤੋਂ ਇੱਕ ਕਿਸਮ ਦੀ ਜਿਹੜੀ ਐਗਜ਼ੈਕਟਿਵ ਕਾਉਂਸਲ ਹੁੰਦੀ ਆ, ਜਾਂ ਕਿਸਮ ਦੀ ਜਿਹੜੀ ਹੁੰਦੀ ਹੈ ਨਾ ਪੋਲੀਟੀਕਲ ਕਾਰਪੋਰੇਸ਼ਨ ਟਾਈਪ ਹੀ ਚੱਲਦੀ ਆ। ਇੱਕ ਚੀਫ ਐਗਜ਼ੈਕਟਿਵ ਹੈਗੇ ਆ, ਬਾਕੀ ਉਹਦੇ ਡਾਇਰੈਕਟਰ ਹੈਗੇ ਆ, ਇਹ ਮੰਤਰੀ ਬਣ ਜਾਂਦੇ ਆ ਜਾਂ ਮੁੱਖ ਮੰਤਰੀ ਬਣ ਜਾਂਦੇ, ਉਸ ਤਰੀਕੇ ਦੇ ਨਾਲ। ਤੇ ਪਾਰਟੀ ਦੀ ਹੁਣ ਹੋਂਦ ਜਿਹੜੀ ਹੈਗੀ ਆ, ਉਹਦੀ ਮੇਜਰ ਸੈਟਬੈਕ ਸੀਗੀ ਆਪਣੀ ਜਿਹੜੀ ਹਿਮਾਚਲ ਦੇ ਵਿੱਚ। ਉਹੀ ਕਾਰਨ ਹੋਇਆ ਕਿ ਹਿਮਾਚਲ ਦੇ ਵਿੱਚ ਵਿਨਿੰਗ ਪਾਰਟੀ ਤੇ ਜਿਹੜੀ ਸੈਕੰਡ ਨੰਬਰ ਦੀ ਪਾਰਟੀ, ਉਹਦਾ ਵੋਟ ਸ਼ੇਅਰ ਤਾਂ 1-2% ਵਾ। ਕਾਰਨ ਇਹ ਹੋਇਆ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਮਿਲੀ। ਜੇ ਆਮ ਆਦਮੀ ਪਾਰਟੀ 2-3-4% ਵੋਟ ਲੈ ਜਾਂਦੀ, ਤੇ ਇੱਥੇ ਵੀ ਆਮ ਆਦਮੀ ਪਾਰਟੀ ਬੀਜੇਪੀ ਦੇ ਰੈਸਕਿਊ ਤੇ ਆ ਸਕਦੀ ਸੀ। ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਵੀ ਇਹੀ ਏਜੰਡਾ ਹੈਗਾ ਵੀ ਕਾਂਗਰਸ ਮੁਕਤ ਕੀਤਾ ਜਾਵੇ, ਬੀਜੇਪੀ ਦਾ ਤਾਂ ਹੈਗਾ ਹੀ ਹੈਗਾ ਵਾ। ਸੋ ਇਨਡਾਇਰੈਕਟ ਵੇ ਨਾਲ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਕਰਦੀ ਹੈ। ਅੱਛਾ ਸੇਖੋ ਸਾਹਿਬ, ਤੁਸੀਂ ਇੱਥੇ ਗੱਲ ਕਹੀ ਹੈ, ਉਹ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਕੋਲੇ ਸੰਗਠਨ ਨਹੀਂ ਸੀਗਾ, ਇਹ ਫਿਰ ਵੀ ਜਿੱਤ ਗਏ। ਪੂਰੇ ਦੇਸ਼ ਦੇ ਵਿੱਚ ਤੁਸੀਂ ਕਿਹਾ ਕਿ ਹਿਮਾਚਲ ਦੇ ਵਿੱਚ ਇਹਨਾਂ ਕੋਲ ਸੰਗਠਨ ਨਹੀਂ ਹੈਗਾ। ਇੱਕ ਤਰੀਕੇ ਨਾਲ ਇਹ ਉੱਥੇ ਜਾਂਦੇ ਨੇ ਤੇ ਇੱਕ ਮਾਡਲ ਪੇਸ਼ ਕਰਦੇ ਨੇ ਕਿ ਭਾਈ ਆ ਦਿੱਲੀ ਦਾ ਮਾਡਲ ਹੈ, ਪੰਜਾਬ ਦਾ ਮਾਡਲ ਹੈ, ਤੇ ਉਹ ਉਸ ਨੂੰ ਲੈ ਕੇ ਇਸ ਬਾਰੇ ਚੋਣਾਂ ਦੇ ਵਿੱਚ ਗਏ। ਦਿੱਲੀ ਮਾਡਲ ਨੂੰ, ਹਾਲਾਂਕਿ ਪੰਜਾਬੀਆਂ ਨੇ ਉਸ ਤਰੀਕੇ ਨਾਲ ਦਿੱਲੀ ਮਾਡਲ ਨੂੰ ਨਹੀਂ ਸਵੀਕਾਰ ਕੀਤਾ। ਪੰਜਾਬੀਆਂ ਦੇ ਵਿੱਚ ਇੱਕ ਤੀਸਰੇ ਧਿਰ ਦੀ ਅਸੈਪਟੈਂਸ ਸੀਗੀ, ਲੋਕਾਂ ਨੇ ਉਸ ਧਿਰ ਦੇ ਵਜੋਂ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਪੰਜਾਬ ਦੇ ਵਿੱਚ ਥਾਂ ਦਿੱਤੀ ਹੈ। ਤੁਹਾਨੂੰ ਲੱਗਦਾ ਪੂਰੇ ਦੇਸ਼ ਦੇ ਵੱਖਰੇ ਸੂਬਿਆਂ ਦੇ ਵਿੱਚ ਤੁਹਾਨੂੰ ਕਿਤੇ ਨਜ਼ਰ ਆ ਰਿਹਾ ਇਸ ਤਰੀਕੇ ਦੇ ਨਾਲ ਕਿ ਆਮ ਆਦਮੀ ਪਾਰਟੀ ਸਪੇਸ ਲੈ ਸਕਦੀ ਹੈ, ਜਾਂ ਹਰਿਆਣਾ ਦੇ ਵਿੱਚ ਜਾਂ ਕਿਤੇ ਹੋਰ? ਨੰਦਪ੍ਰੀਤ ਜੀ, ਪੰਜਾਬ ਦਾ ਇਤਿਹਾਸ ਦੇਖੋ। ਪੰਜਾਬ ਹਮੇਸ਼ਾ ਨਵੇਂ ਤਜਰਬੇ ਕਰਨ ਨੂੰ ਤਿਆਰ ਰਹਿੰਦਾ ਜੀ। ਤੁਸੀਂ ਦੇਖੋ ਕਿ 1992 ਦੇ ਵਿੱਚ ਬਹੁਜਨ ਸਮਾਜ ਪਾਰਟੀ ਕਿਤੇ ਨਹੀਂ ਸੀ ਹੈਗੀ, ਉਹ ਪੰਜਾਬ ਦੇ ਵਿੱਚ ਆ ਗਿਆ। ਇੱਕ ਵਾਈਬਲ ਆਲਟਰਨੇਟਿਵ ਜਿਹੜਾ ਸੀਗਾ ਉਹ ਇਮਰਜ ਹੋਈ। 35% ਸਾਡੇ ਦਲਿਤ ਭਾਈਚਾਰਾ ਵੀ ਹੈਗਾ, ਪਰ ਐਕਸਪੈਰੀਮੈਂਟ ਜਾ ਕੇ ਯੂਪੀ 'ਚ ਕਾਮਯਾਬ ਹੋਇਆ। ਪੰਜਾਬ ਦੇ ਲੋਕ ਹਮੇਸ਼ਾ ਜਿਹੜੇ ਆ ਉਹ ਐਕਸਪੈਰੀਮੈਂਟ ਕਰਨਾ ਚਾਹੁੰਦੇ ਆ। ਔਰ ਦੂਸਰੀ ਗੱਲ ਹੈਗੀ ਆ ਕਿ ਇੱਥੇ ਦੁਖੀ ਸੀਗੇ ਜਿਹੜੀਆਂ ਪਹਿਲੀਆਂ ਦੋ ਪਾਰਟੀਆਂ ਸੀਗੀਆਂ ਪਿਛਲੇ, ਖਾਸ ਕਰਕੇ ਨੋਰਮਲਾਈਜੇਸ਼ਨ ਪ੍ਰੋਸੈਸ ਤੋਂ ਬਾਅਦ, ਅੱਜ ਤੋਂ ਬਾਅਦ 30 ਸਾਲ ਰੂਲ ਚੱਲਿਆ ਵਾ। 15 ਸਾਲ ਕਾਂਗਰਸ ਨੇ ਕੀਤਾ, 15 ਸਾਲ ਅਕਾਲੀਆਂ ਨੇ ਕੀਤਾ, ਔਰ ਉਹ 15 ਸਾਲਾਂ ਦੇ ਵਿੱਚ ਜਿਸ ਕਿਸਮ ਦੇ ਉਹਨਾਂ ਨੇ ਕੰਮ ਕੀਤੇ ਆ, ਲੋਕੀ ਉਹਨਾਂ ਤੋਂ ਦੁਖੀ ਹੋਏ ਪਏ ਸੀਗੇ। ਤੁਸੀਂ ਇਹ ਦੇਖੋ ਕਿ ਆਪਾਂ ਜੇ ਹੋਰ ਪਹਿਲਾਂ ਚੱਲ ਜੀ, 2014 ਦੇ ਵਿੱਚ ਕੋਈ ਆਰਗੇਨਾਈਜੇਸ਼ਨ ਨਹੀਂ ਸੀਗੀ, ਕੁਛ ਵੀ ਨਹੀਂ ਸੀਗਾ, ਪਰ ਫਿਰ ਵੀ 25% ਵੋਟ ਜਿਹੜੀ ਸੀ ਇਹਨਾਂ ਨੂੰ ਪੈ ਗਈ। 4 MP ਜਿੱਤ ਗਏ ਉਸ ਸਮੇਂ ਦੇ ਵਿੱਚ। ਪਾਰਟੀ ਨਾਂ ਦਾ ਕੋਈ ਨਾਂ ਨਿਸ਼ਾਨੀ ਹੈ ਨਹੀਂ ਸੀਗਾ, ਹੈ ਕਿਉਂਕਿ ਪੰਜਾਬ ਦੇ ਲੋਕ ਹਮੇਸ਼ਾ ਨਵਾਂ ਐਕਸਪੈਰੀਮੈਂਟ ਕਰਨ ਨੂੰ ਤਿਆਰ ਰਹਿੰਦੇ ਆ। ਪੰਜਾਬ ਦੇ ਲੋਕ ਜਿਹੜੇ ਹੈਗੇ ਆ, ਉਹ ਜਿਹੜੀਆਂ ਜਦੋਂ ਖੁੱਲ੍ਹ ਕੇ ਪੈਂਦੇ ਆ, ਖਲੋਂਦੇ ਆਪ ਧਿਰ ਬਣਦੇ ਆ।
ਪੰਜਾਬ ਦੇ ਲੋਕਾਂ ਨੂੰ ਪਾਰਟੀ ਦੀ ਲੋੜ ਨਹੀਂ ਹੁੰਦੀ, ਪੰਜਾਬ ਦੇ ਲੋਕ ਖੁਦ ਧਿਰ ਬਣਦੇ ਆ, ਇਸੇ ਕਰਕੇ ਇਹਨੂੰ ਸਪੇਸ ਮਿਲੀ। 14 ਤੋਂ ਬਾਅਦ ਦੇਖੋ ਤੁਸੀਂ ਪਾਰਟੀ ਦਾ ਕੀ ਹਾਲ ਹੋਇਆ, ਕੁਝ ਪ੍ਰੋਮੀਨੈਂਟ ਲੀਡਰ ਨੂੰ ਬਾਹਰ ਦਾ ਰਸਤਾ ਵਿਖਾਤਾ, ਸਿਰਫ ਇੱਕ ਹੀ ਬੰਦਾ ਰਹਿ ਗਿਆ। 17 ਜਿਹਨਾਂ ਦਾ ਇੱਕ ਜਿੱਤਿਆ, ਔਰ 17 ਦੇ ਵਿੱਚ ਜਿਹੜੀ ਅਸੈਂਬਲੀ ਇਲੈਕਸ਼ਨ ਸੀ ਉਹਦੇ ਵਿੱਚ ਇਹਨਾਂ ਦਾ ਕਿਸ ਤਰੀਕੇ ਨਾਲ ਹੋਇਆ ਕਿ ਸਿਰਫ 20-22 ਬੰਦੇ ਰਹਿ ਗਏ, ਉਹ ਖਿਸਕ ਕੇ ਬਾਹਰ ਚਲੇ ਗਏ। 2022 ਦੇ ਵਿੱਚ ਲੋਕਾਂ ਨੇ ਮਨ ਬਣਾ ਲਿਆ ਸੀ। ਲੋਕਾਂ ਨੇ ਪਾਰਟੀ ਦੋ ਤਰੀਕੇ ਨਾਲ ਲੋਕੀ ਵੋਟਾਂ ਪਾਉਂਦੇ ਆ, ਕਈ ਹੋਰ ਜ਼ਿਆਦਾ ਹੁੰਦੇ। ਇੱਕ ਤਾਂ ਹੁੰਦਾ ਪਾਰਟੀ ਨੂੰ ਦੇਖ ਕੇ ਪਾਉਂਦੇ, ਕੈਂਡੀਡੇਟ ਨੂੰ ਦੇਖਦੇ, ਮੁੱਦੇ ਵੀ ਹੁੰਦੇ ਆ। ਤੋ ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹ ਪਾਰਟੀ ਕਿਹੜਾ ਖੜਾ ਇਹ ਨਹੀਂ ਵੇਖਿਆ, ਪਾਰਟੀ ਨੂੰ ਵੋਟ ਪਾਤੀ। ਪਾਰਟੀ ਕਿਹਾ ਜੀ ਆਮ ਆਦਮੀ ਪਾਰਟੀ ਹੈਗੀ ਆ, ਔਰ ਇਹ ਹੋਰਨਾਂ ਸਟੇਟਾਂ 'ਚ ਨਹੀਂ ਹੁੰਦਾ, ਹਰਿਆਣੇ 'ਚ ਨਹੀਂ ਹੋ ਸਕਿਆ ਇੱਦਾਂ, ਦਿੱਲੀ 'ਚ ਨਹੀਂ ਹੋ ਸਕਿਆ ਇੱਦਾਂ। ਸਾਡਾ ਦੇਸ਼ ਇੰਨੀ ਇਹਦੇ ਵਿੱਚ ਡਾਇਵਰਸਿਟੀ ਹੈਗੀ ਆ, ਇੰਨਾ ਇਹਦਾ ਜਿਹੜਾ ਖਾਸ ਕਰਕੇ ਸਮਾਜਿਕ ਤਾਣਾ ਬਾਣਾ ਵੱਖਰਾ ਵੱਖਰਾ ਹੈਗਾ ਵਾ। ਕੋਈ ਵੀ ਸਟੇਟ ਪੰਜਾਬ ਵਰਗੀ ਨਹੀਂ ਬਣ ਸਕਦੀ ਜਾਂ ਪੰਜਾਬ ਕਿਸੇ ਹੋਰ ਸਟੇਟ ਵਰਗਾ ਨਹੀਂ ਬਣ ਸਕਦਾ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਤੋਂ ਬਾਅਦ ਇਹਨਾਂ ਨੂੰ, ਉੱਤਰਾਖੰਡ 'ਚ ਇਲੈਕਸ਼ਨ ਲੜੀ ਸੀਗੀ, ਉੱਥੇ ਜ਼ਮਾਨਤਾਂ ਜ਼ਬਤ ਹੋ ਗਈਆਂ, 2 ਸੀਟਾਂ ਗੋਆ ਦੇ ਵਿੱਚ ਆਈਆਂ, ਉੱਤਰਾਖੰਡ ਦੇ ਸਾਰੇ ਬੰਦੇ ਛੱਡ ਕੇ ਬੀਜੇਪੀ 'ਚ ਪਹੁੰਚ ਗਏ। ਹਿਮਾਚਲ 'ਚ ਵੀ ਇਦਾਂ ਹੀ ਹੋਇਆ। ਜਿਹੜੇ ਇੱਥੇ ਇਹਨਾਂ ਦੇ 5 ਚੁਣੇ ਆ, ਮੈਨੂੰ ਨਹੀਂ ਲੱਗਦਾ ਕਿੰਨਾ ਲੰਮਾ ਸਮਾਂ ਸਰਵਾਈਵ ਕਰ ਸਕਣਗੇ। ਤੋ ਇਸ ਕਰਕੇ ਆਮ ਆਦਮੀ ਪਾਰਟੀ ਜਿੰਨਾ ਚਿਰ ਤੱਕ ਬਹੁਤ ਵੱਡਾ ਢਾਂਚਾ ਨਹੀਂ ਬਣਦਾ, ਆਰਗੇਨਾਈਜੇਸ਼ਨ ਸਟਰਕਚਰ ਨਹੀਂ ਬਣਦੀ, ਜਾਂ ਮੈਂ ਖਤਮ ਨਹੀਂ ਹੁੰਦੀ, ਤੁਸੀਂ ਕਿੰਨਾ ਕੁ ਚਿਰ ਜਾ ਕੇ ਗਰੰਟੀਆਂ ਲਿਖ ਕੇ ਦੋਗੇ। ਪੰਜਾਬ ਮਾਡਲ ਜਿਹੜਾ ਹੈਗਾ ਵਾ, ਇਹ ਦਿੱਲੀ ਦੀ ਉਹ ਨਹੀਂ ਹੈਗੇ। ਪੰਜਾਬ ਦਾ ਇੱਕ ਆਪਣਾ ਮਾਡਲ ਆ, ਪੰਜਾਬ ਦੀ ਆਪਣੀ ਹਿਸਟਰੀ ਹੈ। ਕਿਹੜੇ ਸੂਬੇ ਦੀ ਹੋਰ ਹਿਸਟਰੀ ਆ? ਜਿਹੜੀ ਪੰਜਾਬ ਦੀ ਹਿਸਟਰੀ ਆ। ਟਰਬੂਲੈਂਟ ਪੀਰੀਅਡ 'ਚ ਇੱਥੇ ਰਹੇ ਲੋਕੀ, ਉਥਲ ਪੁਥਲਾਂ ਇੱਥੇ ਹੋਈਆਂ, ਵੱਢ ਟੁੱਕ ਇੱਥੇ ਹੋਈ, ਪਾਰਟੀਸ਼ਨ ਇੱਥੇ ਹੋਈ, ਲੋਕੀ ਫਿਰ ਇੱਕਦਮ ਵਾਪਸ ਆ ਗਏ। ਪੰਜਾਬ ਦੇ ਇਹ ਇੱਕ ਹੈਗੀ ਸਿਚੁਏਸ਼ਨ ਆ ਕਿ ਪੰਜਾਬ ਬਾਉਂਸ ਬੈਕ ਬਹੁਤ ਜਲਦੀ ਕਰਦਾ ਹੈ, ਚਾਹੇ ਉਹ ਪੋਲੀਟੀਕਲ ਪਾਰਟੀ ਦੇ ਤੌਰ ਤੇ ਹੋਵੇ, ਚਾਹੇ ਕਿਸੇ ਹੋਰ ਉਥਲ ਪੁਥਲ ਦੇ ਤੌਰ ਤੇ ਹੋਵੇ, ਜਾਂ ਕੁਝ ਵੀ ਹੋਵੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜੀ ਪੰਜਾਬ 'ਚ ਇਹਨਾਂ ਨੂੰ ਸਫਲਤਾ ਮਿਲੀ ਆ, ਸ਼ਾਇਦ ਉਹਦੇ ਨਾਲ ਲਾਰਜਰ ਦੈਨ ਸਾਈਜ਼ ਹੋ ਗਿਆ, ਸੋਚਣਾ ਸ਼ੁਰੂ ਕਰ ਦਿੱਤਾ, ਜਿਹੜੀ ਕਿ ਇਹਨਾਂ ਨੂੰ ਮੇਰੇ ਖਿਆਲ ਲੱਗਦਾ ਵੀ ਉਸ ਕਿਸਮ ਦੀ ਹੋਰ ਕਿਤੇ ਸਫਲਤਾ ਮਿਲਦੀ ਮੈਨੂੰ ਨਹੀਂ ਲੱਗਦਾ। ਮੈਂ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜੋ ਰਿਸਪੌਂਸ ਪੰਜਾਬ 'ਚ ਮਿਲਿਆ ਸੀਗਾ, ਪੰਜਾਬ ਦੇ ਲੋਕਾਂ ਨੇ ਬੈਕ ਟਰੈਕ ਕਰ ਲਿਆ, ਉਹਦਾ ਇਹਨਾਂ ਨੂੰ ਖਮਿਆਜਾ ਇਹਨਾਂ ਨੇ ਸੰਗਰੂਰ ਦੇ ਵਿੱਚ ਵੀ ਦੇ ਦਿੱਤਾ 3 ਮਹੀਨਿਆਂ ਬਾਅਦ। ਤੋ ਇਸ ਕਰਕੇ ਤੁਸੀਂ ਪੰਜਾਬ ਮਾਡਲ ਨੂੰ ਉੱਥੇ ਲੈ ਜਾਓ, ਦਿੱਲੀ ਮਾਡਲ ਨੂੰ ਉੱਥੇ ਲੈ ਜਾਓ, ਇਹ ਇਦਾਂ ਦੀ ਹਰ ਸਟੇਟ ਦੀ ਆਪਣੀ ਆਪਣੀ ਸਥਿਤੀ ਆ, ਸਰਕਮਸਟੈਂਸਸ ਆ, ਢਾਂਚਾ ਵਾ, ਰਿਸੋਰਸਸ ਆ। ਜੇ ਤੁਸੀਂ ਉਹਦੇ ਮੁਤਾਬਕ ਨਹੀਂ ਚੱਲਦੇ, ਉਹਦੇ ਮੁਤਾਬਕ ਤੁਹਾਨੂੰ ਥੱਲੇ ਆਉਣਾ ਪੈਣਾ। ਜਿਹੜੇ ਉੱਥੋਂ ਦੇ ਲੋਕ ਹੈਗੇ ਆ, ਆਮ ਆਦਮੀ ਪਾਰਟੀ ਦੀ ਧਿਰ ਪੰਜਾਬ ਦੇ ਲੋਕ ਬਣੇ ਸੀ, ਜਿਹੜੀ ਸ਼ਾਇਦ ਗੁਜਰਾਤ ਦੇ ਲੋਕ ਨਹੀਂ ਬਣੇ। ਰੈਲੀਆਂ ਦੇ ਵਿੱਚ, ਜਲੂਸਾਂ ਦੇ ਵਿੱਚ, ਧਰਨਿਆਂ ਦੇ ਵਿੱਚ, ਪ੍ਰੋਪੋਗੰਡਾ ਦੇ ਵਿੱਚ, ਜਾਂ ਮੀਡੀਆ ਰਾਹੀਂ ਮੇਰਾ ਖਿਆਲ ਆ ਵੀ ਉਹ ਜਿਹੜੀ ਹੈਗੀ ਆ ਚੀਜ਼ ਅਚੀਵ ਨਹੀਂ ਕੀਤੀ ਜਾ ਸਕਦੀ, ਜਿਹੜੀ ਅਚੀਵ ਥੱਲਿਓਂ ਗਰਾਊਂਡ ਤੋਂ ਲਿਆ ਕੇ ਜਿਹੜੀ ਕੀਤੀ ਜਾ ਸਕਦੀ ਹੈ। ਸਿੱਖੋ ਸਾਹਿਬ, ਹੁਣ ਖੜ ਕੇ ਜੇ ਤੁਸੀਂ ਮਤਲਬ ਤੁਸੀਂ ਤਾਂ ਲਗਾਤਾਰ ਇਹਨਾਂ ਅੰਕੜਿਆਂ ਦੇ ਵਿੱਚ ਦੇਸ਼ ਦੀ ਸਿਆਸਤ ਨੂੰ ਦੇਖਦੇ ਰਹਿੰਦੇ ਹੋ, ਪੰਜਾਬ ਦੀ ਸਿਆਸਤ ਨੂੰ ਖਾਸ ਕਰਕੇ, ਤੁਹਾਨੂੰ ਨਜ਼ਰ ਕੀ ਆ ਰਿਹਾ 2024 ਦੇ ਵਿੱਚ, 2027 ਦੇ ਵਿੱਚ? ਕੀ ਤੁਹਾਨੂੰ ਇੱਕ ਲੰਮੀ ਜੀ ਤੁਹਾਡੇ ਸਾਹਮਣੇ ਇੱਕ ਤਸਵੀਰ ਬਣਦੀ ਹੈ, ਧੁੰਦਲੀ ਜੀ ਤਸਵੀਰ ਹੈ, ਉਸ ਨੂੰ ਜੇ ਤੁਸੀਂ ਅੱਜ ਦੱਸਣਾ ਚਾਹੋ ਕਿ ਇਸ ਤਰੀਕੇ ਦੇ ਨਾਲ ਸਮੀਕਰਨ ਬਦਲ ਸਕਦੇ ਨੇ ਜਾਂ ਇਹ ਹੋ ਸਕਦਾ, ਕੀ ਤੁਹਾਨੂੰ ਨਜ਼ਰ ਆ ਰਿਹਾ? ਕਿਹੜੀਆਂ ਪਾਰਟੀਆਂ ਮੁੱਖ ਹੋ ਸਕਦੀਆਂ? ਕੀ ਇਸ ਨੂੰ ਇਸ ਤਰੀਕੇ ਨਾਲ ਵੀ ਸਮਝਾਇਓ ਕਿ ਗੁਜਰਾਤ ਜਿੱਤਣ ਤੋਂ ਬਾਅਦ ਕੀ ਹੁਣ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਤੇ ਆਉਂਦੀ ਦਿਖ ਰਹੀ ਹੈ ਦੇਸ਼ 'ਚ, ਪੰਜਾਬ ਦੇ ਵਿੱਚ? ਦੇਸ਼ ਦੇ ਵਿੱਚ ਲੱਗਦਾ ਹੈ ਕਿ ਜਿੰਨਾ ਚਿਰ ਵਾਈਬਲ ਆਲਟਰਨੇਟਿਵ ਨਹੀਂ ਬਣਦਾ, ਲੋਕਾਂ ਨੇ ਵੋਟ ਪਾਉਣੀ ਹੁੰਦੀ ਆ ਕਿ ਅਗਲੇ ਪਾਸੇ ਕਿਹੜਾ ਹੈਗਾ ਜੀ। ਜਿਹੜੀ ਮੁੱਖ ਵਿਰੋਧੀ ਧਿਰ ਹੈਗੀ ਕਾਂਗਰਸ, ਉਹ ਬਿਲਕੁਲ ਹਾਸ਼ੀਏ ਤੇ ਪਹੁੰਚ ਚੁੱਕੀ ਹੈ। ਹੋ ਸਕਦਾ ਹੁਣ ਰਿਵਾਈਵ ਹੋ ਜਾਵੇ, ਕਿਉਂਕਿ ਉਹਨਾਂ ਦਾ ਹਿਮਾਚਲ ਜਿੱਤਣਾ ਇੱਕ ਮਿਰੇਕਲ ਹੈਗਾ। ਅਗਲੀਆਂ ਚੋਣਾਂ ਸ਼ਾਇਦ ਮੱਧ ਪ੍ਰਦੇਸ਼ ਤੇ ਉਹਦੇ ਵਿੱਚ ਕਰਨਾਟਕਾ 'ਚ ਹੋਣੀਆਂ ਵਾ, ਉੱਥੇ ਕਾਂਗਰਸ ਦੀ ਜਿਹੜੀ ਹੈਗੀ ਆ ਕਾਫੀ ਮਿਹਨਤ ਕਰ ਰਹੀ ਆ। ਮੈਨੂੰ ਲੱਗਦਾ ਕਾਂਗਰਸ ਨੂੰ, ਮੈਨੂੰ ਲੱਗਦਾ ਨਵੀਂ ਸਟ੍ਰੈਟਜੀ ਕਹਿੰਦੀ ਵੀ ਰੀਜਨਲ ਜਿਹੜੇ ਲੀਡਰਸ ਹੈਗੇ ਉਹਨਾਂ ਨੂੰ ਤਕੜਿਆਂ ਕਰੋ, ਸੈਂਟਰਲਾਈਜ਼ੇਸ਼ਨ ਨਾ ਕਰੋ। ਜਿਹੜੀ ਇੰਦਰਾ ਗਾਂਧੀ ਦੇ ਸਮੇਂ ਤੋਂ ਸ਼ੁਰੂ ਹੋਈ ਸੀਗੀ ਕਿ ਥਲੇ ਡੀਸੈਂਟਰਲਾਈਜ਼ੇਸ਼ਨ ਕਮਾਂਡ ਕਹਿ ਦਿਓ ਵੀ ਸਾਡਾ ਹੁਕਮ ਮੰਨੋ, ਪਾਵਰ ਸਾਰੀ ਸੈਂਟਰਲਾਈਜ਼ ਕਰ ਦਿਓ, ਉਹ ਇਹਨਾਂ ਨੂੰ ਜਿਹੜਾ ਪੇ ਕਰੂਗੀ। ਕਿਉਂਕਿ ਮੱਧ ਪ੍ਰਦੇਸ਼ ਪਿਛਲੀ ਵਾਰ ਵੀ ਜਿੱਤ ਗਏ ਸੀਗੇ, ਕਰਨਾਟਕਾ 'ਚ ਵੀ ਸਰਕਾਰ ਬਣਾਈ ਸੀ, ਬੀਜੇਪੀ ਬੁਲਡੋਜ਼ ਕਰਦੀ ਆ, ਤੋੜਦੀ ਆ, ਭੰਨਦੀ ਆ, ਕਾਂਗਰਸ ਵੀ ਇਹ ਕੰਮ ਕਰਦੀ ਰਹੀ ਸੀ। ਮੈਨੂੰ ਇਹ ਲੱਗਦਾ ਕਿ ਜਿਸ ਤਰੀਕੇ ਦਾ ਸਿਚੁਏਸ਼ਨ ਬਣ ਰਹੀ ਆ ਨੈਸ਼ਨਲ ਲੈਵਲ ਤੇ ਬੀਜੇਪੀ ਵੀ ਸ਼ਾਇਦ ਪੀਕ ਤੇ ਪਹੁੰਚ ਚੁੱਕੀ ਆ। ਤੁਸੀਂ ਦੇਖੋ ਕਿ ਗੁਜਰਾਤ ਆਪਣਾ ਬਿਹਾਰ ਦੇ ਵਿੱਚ ਸਿਚੁਏਸ਼ਨ ਚੇਂਜ ਹੋ ਗਈ ਆ, ਯੂਪੀ ਦੇ ਵਿੱਚ ਇਲੈਕਸ਼ਨ ਹੋਈ ਆ, ਇੱਕ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ, 2 ਅਸੈਂਬਲੀ ਇਲੈਕਸ਼ਨਸ ਹੋਈ ਆ। ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਸਮਾਜਵਾਦੀ ਪਾਰਟੀ ਨੇ ਜਿੱਤੀ ਆ, ਆਰਐਲਡੀ ਨੇ ਵੈਸਟਰਨ ਯੂਪੀ ਦੇ ਵਿੱਚ, ਜਿਸੇ ਪਿਛਲੀ ਵਾਰ ਬੀਜੇਪੀ ਨੇ ਹੁੰਜਾ ਫੇਰਿਆ ਸੀਗਾ, ਔਰ ਬੀਜੇਪੀ ਦਾ ਜਿਹੜਾ ਕੈਂਡੀਡੇਟ ਦੀ ਜਿਹਦੇ ਕਰਕੇ ਸੀਟ ਖਾਲੀ ਹੋਈ ਆ, ਉੱਥੇ ਆਰਐਲਡੀ ਦਾ ਕੈਂਡੀਡੇਟ ਆ ਗਿਆ। ਹਾਂ, ਇਹ ਜ਼ਰੂਰ ਹੈਗਾ ਕਿ ਸਮਾਜਵਾਦੀ ਪਾਰਟੀ ਨੇ ਆਜ਼ਮ ਖਾਨ ਦੀ ਜਿਹੜੀ ਸੀਟ ਸੀ ਰਾਮਪੁਰ ਦੀ ਸੀਟ, ਉਹ ਹਾਰੀ ਉਹਦੇ ਵਿੱਚੋਂ। ਇਸੇ ਤਰੀਕੇ ਦੇ ਨਾਲ ਹੋਰਨਾਂ ਸਟੇਟਾਂ ਦੇ ਵਿੱਚ ਵੀ ਹੋਇਆ। ਤਾਂ ਬੀਜੇਪੀ ਲਈ ਵੀ ਬਹੁਤ ਡਿਫਿਕਲਟ ਹੈਗਾ ਜੇ ਬਿਹਾਰ ਖਲੋ ਜਾਂਦਾ ਵਾ, ਵੈਸਟ ਬੰਗਾਲ ਖਲੋ ਜਾਂਦਾ। ਪਰ ਗੱਲ ਉਹੀ ਹੈਗੀ ਕਿ ਜਦੋਂ ਨੈਸ਼ਨਲ ਚੋਣਾਂ ਆਉਂਦੀਆਂ ਵਾ,
ਵਿਅਕਤੀ ਜਿਹੜੇ ਹੈਗੇ ਆ ਵੋਟਰ ਆ ਪੋਲੀਟੀਕਲ ਆਟੋਨਮਸ ਹੋ ਰਹੇ ਆ, ਥੋੜੇ ਥੋੜੇ ਸਿਆਣੇ ਹੋ ਰਹੇ ਆ। ਉਹ ਹਿੱਤ ਦੇਖਦੇ ਆ ਸਟੇਟ 'ਚ ਕਿਹੜੀ ਪਾਰਟੀ ਠੀਕ ਰਹੂਗੀ, ਸੈਂਟਰ 'ਚ ਕਿਹੜੀ ਪਾਰਟੀ ਰਹੂਗੀ, ਕਾਰਪੋਰੇਸ਼ਨ ਕਿਹਦੀ ਠੀਕ ਰਹੂਗੀ। ਤੇ ਮੈਨੂੰ ਇਹ ਲੱਗਦਾ ਕਿ ਜੇ ਉਸ ਸਮੇਂ ਤੱਕ ਆਉਣ ਲੱਗਿਆ ਇਹ ਸਾਰੀਆਂ ਪਾਰਟੀਆਂ ਜਾਂ ਜਿਸ ਤਰੀਕੇ ਦਾ ਇਹ ਹੁਣ ਪਤਾ ਲੱਗੂ ਭਾਰਤ ਜੋੜੋ ਯਾਤਰਾ ਦਾ ਕੀ ਅਸਰ ਹੋ ਰਿਹਾ, ਜਾਂ ਜੇ ਤੁਹਾਡੀਆਂ 2 ਸਟੇਟਾਂ ਕਾਂਗਰਸ ਹੋ ਜਿੱਤ ਜਾਂਦੀ ਹੈ, ਮੱਧ ਪ੍ਰਦੇਸ਼ ਜਿੱਤ ਜਾਂਦੀ ਹੈ, ਜਾਂ ਕਰਨਾਟਕਾ ਜਿੱਤ ਜਾਂਦੀ ਹੈ, ਕਿਉਂਕਿ ਪੋਲਿਟਿਕਸ ਦੇ ਵਿੱਚ ਆਪਾਂ ਪਰਮਾਨੈਂਟਲੀ ਕੁਝ ਨਹੀਂ ਕਹਿ ਸਕਦੇ, ਜਾਂ ਫੋਰਸ ਮਰਜ ਹੁੰਦੀ ਆ ਤੇ ਬੀਜੇਪੀ ਲਈ ਬਹੁਤ ਵੱਡਾ ਇੱਕ ਕੰਪੀਟੀਸ਼ਨ ਹੋਊਗਾ। ਪਰ ਇਹ ਕੰਪੀਟੀਸ਼ਨ ਜਿਹੜਾ ਹੈਗਾ ਵਾ ਇਹ ਅਲਾਈਅੰਸ ਪੋਲਿਟਿਕਸ ਦੇ ਹੋਊਗਾ। ਇਹਦੇ ਵਿੱਚ ਨੌਨ ਜਿਹੜੀਆਂ ਬੀਜੇਪੀ ਫੋਰਸਿਸ ਆ ਉਹ ਸਾਰੀਆਂ ਇਕੱਠੀਆਂ ਹੋ ਸਕਦੀਆਂ। ਪਰ ਇਸ ਵੇਲੇ ਦੇਖਿਆ ਜਾਵੇ ਕਿ ਖਾਸ ਕਰਕੇ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਆ ਉਹਦਾ ਪਲੜਾ ਭਾਰੀ ਹੈ, ਜਾਂ ਬੀਜੇਪੀ ਦਾ ਪਲੜਾ ਭਾਰੀ ਹੈ। ਇਹ ਸਾਲ ਸਵਾ ਸਾਲ ਤੱਕ ਕੀ ਇਹਦੇ ਤੇ ਕੋਈ ਡਿਵੈਲਪਮੈਂਟ ਹੁੰਦੀ ਆ। ਤੁਸੀਂ ਦੇਖਿਆ ਪਹਿਲੇ ਸਾਲ ਦੇ ਵਿੱਚ ਇੱਕ ਇੰਸਟੈਂਸ ਹੋਇਆ ਸੀਗਾ ਜੰਮੂ ਕਸ਼ਮੀਰ ਦੇ ਵਿੱਚ ਜੀ, ਉਹਦੇ ਨਾਲ ਹੀ ਸਾਰੀ ਵੇਵ ਬਦਲ ਗਈ ਸੀ। ਮਹਾਰਾਸ਼ਟਰ ਦੇ ਵਿੱਚ, ਰਾਜਸਥਾਨ ਦੇ ਵਿੱਚ, ਗੁਜਰਾਤ ਦੇ ਵਿੱਚ, ਤੇ ਉਹ ਇੱਕਦਮ ਜਿਹੜਾ ਸਾਰਾ ਪਲੜਾ ਪੈ ਗਿਆ ਸੀ। ਪਰ ਇਹ ਜ਼ਰੂਰ ਹੈਗਾ ਕਿ ਹੁਣ ਬੀਜੇਪੀ ਨੂੰ ਵੀ ਚੈਲੰਜ ਹੋਊਗਾ, ਪਰ ਇਹਦੇ ਨਾਲ ਨਾਲ ਹੈਗਾ ਵੀ ਕਾਂਗਰਸ ਨੂੰ ਆਪਣੇ ਸੰਗਠਨ ਨੂੰ ਬਹੁਤ ਤਕੜਾ ਕਰਨਾ ਪਊਗਾ। ਕਾਂਗਰਸ ਨੂੰ ਸ਼ਾਂਤੀ ਕਰਨੀ ਪਊਗੀ। ਜਿਹੜੇ ਖਾਨਦਾਨੀ ਬੰਦੇ ਹੈਗੇ ਆ ਜਾਂ ਜਿਹੜੇ ਉਸ ਕਿਸਮ ਦੇ ਆਪਣੇ ਆਪ ਨੂੰ ਕਹਿੰਦੇ ਵੀ ਸਾਡੇ ਬਾਬੇ ਦਾਦੇ ਨੇ ਬਹੁਤ ਕੀਤਾ ਸੀ ਉਹਦਾ ਖੱਟਿਆ ਖਾ ਰਹੇ ਆ, ਜਾਂ ਜਿਹੜੇ ਉਹਦੇ ਵਿੱਚ ਕਰਪਟ ਐਨੀਮਲਸ ਹੈਗੇ ਆ, ਕਿਉਂਕਿ ਲੰਮਾ ਸਮਾਂ ਆਰਗੇਨਾਈਜੇਸ਼ਨ ਚੱਲੀ ਆ, ਬਹੁਤ ਸਾਰਾ ਕਰਪਸ਼ਨ ਇਹਦੇ ਵਿੱਚ ਆ ਗਈ ਆ। ਮੈਨੂੰ ਨਹੀਂ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਇਹ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਉਸ ਕਿਸਮ ਦਾ ਪਰਫਾਰਮ ਕਰੂਗੀ ਜਿੱਦਾਂ ਇਹਨਾਂ ਨੇ 2022 ਕੀਤਾ। ਉਹਦਾ ਰੀਜ਼ਨ ਬਹੁਤ ਕਲੀਅਰ ਹੈਗਾ। ਹੁਣ ਇਹਦਾ ਜਿਹੜਾ ਕੰਪੀਟੀਸ਼ਨ ਹੈ ਮੋਟੇ ਤੌਰ ਤੇ ਬੀਜੇਪੀ ਦੇ ਨਾਲ ਹੋਣਾ ਵਾ, ਔਰ ਉਹ ਬੀਜੇਪੀ ਨੂੰ ਬਾਈ ਦਾ ਟਾਈਮ ਲੱਗਦਾ ਵੀ ਅਕਾਲੀ ਵੀ ਜਿਹੜੇ ਹੈਗੇ ਆ ਉਹ ਬੀਜੇਪੀ ਦੇ ਹੌਲੀ ਹੌਲੀ ਜਿਹੜੇ ਅਲਾਈਅੰਸ ਪਾਰਟਨਰ ਬਣ ਜਾਣਗੇ। ਪਹਿਲੋਂ ਵੀ ਰਹੇ ਆ, ਪਹਿਲੋਂ ਬੀਜੇਪੀ ਨੂੰ 3 ਸੀਟਾਂ ਦਿੰਦੀਆਂ ਸੀ। ਬੀਜੇਪੀ ਦਾ ਸਟ੍ਰਾਈਕ ਰੇਟ ਹਮੇਸ਼ਾ ਅਕਾਲੀਆਂ ਨਾਲੋਂ ਜ਼ਿਆਦਾ ਰਿਹਾ। ਕੀ ਅਕਾਲੀ ਦਲ ਸਰੈਂਡਰ ਕਰਨ ਲਈ ਮਜਬੂਰ ਹੋ ਜਾਊਗਾ? ਸਰੈਂਡਰ ਕੀਤਾ ਅਕਾਲੀ ਦਲ। ਤਾਂ ਤੁਸੀਂ ਮਲੂਕਾ ਸਾਹਿਬ ਦੀ ਸਟੇਟਮੈਂਟ ਪੜ੍ਹ ਕੇ ਵੇਖ ਲਓ, ਅਕਾਲੀ ਦਲ ਕੋਲ ਹੈ ਕੀ ਆ। ਅਕਾਲੀ ਦਲ ਖਿਲ ਰਿਹਾ ਪਿਆ ਹੈਗਾ। ਅਕਾਲੀ ਦਲ ਆਪਣੀ ਇੱਕ ਕਿਸਮ ਦੀ ਜਿਹੜੀ ਲੀਡਰਸ਼ਿਪ ਦੀ ਲੈਜੀਟੀਮੇਸੀ ਕਿੱਥੇ ਹੈਗੀ ਆ। ਅਕਾਲੀ ਦਲ ਦਾ ਥੱਲਿਓਂ ਜਿਹੜਾ ਹੈਗਾ ਢਾਂਚਾ ਸਾਰਾ ਵਾ ਉਹ ਵਿਖਰਿਆ ਪਿਆ, ਉਹਨੂੰ ਠੀਕ ਕਰਨ ਦੀ ਲੋੜ ਹੈਗੀ ਆ। ਅਕਾਲੀ ਦਲ ਦੇ ਬਹੁਤ ਸਾਰੇ ਲੋਕ ਉਸ ਪਾਸੇ ਵੱਲ ਚਲੇ ਗਏ ਹੈ। ਦੂਸਰੀ ਗੱਲ ਹੈਗੀ ਵੀ ਅਕਾਲੀ ਦਲ ਨੂੰ ਲੀਡ ਕੌਣ ਕਰ ਰਿਹਾ ਵਾ, ਲੋਕਾਂ ਦੀ ਐਕਸੈਪਟੈਂਸ ਉਹਨਾਂ ਦੀ ਕਿੰਨੀ ਕੁ ਜ਼ਿਆਦਾ ਹੈਗੀ, ਇਹ ਕੁਐਸਚਨ ਮਾਰਕ ਵਾਲਾ ਹੈਗਾ। ਇਹ ਅਕਾਲੀ ਦਲ ਉੱਦਾਂ ਦਾ ਅਕਾਲੀ ਦਲ ਨਹੀਂ ਜਿਹੜਾ ਪਹਿਲਾਂ ਅਕਾਲੀ ਦਲ ਹੁੰਦਾ ਸੀ। ਅਕਾਲੀ ਦਲ ਨੇ ਕਿਸਾਨਾਂ ਦੇ ਵਿੱਚੋਂ ਆਪਣੀ ਜਿਹੜੀ ਹੈਗੀ ਆ ਸਾਖ ਗਵਾਤੀ ਆ। ਅਕਾਲੀ ਦਲ ਨੇ ਰੂਰਲ ਏਰੀਆ ਜਿਹੜਾ ਦੀ ਬੈਕਬੋਨ ਹੁੰਦੀ ਸੀ ਉੱਥੋਂ ਪਿਛਾਂ ਹਟ ਗਿਆ। ਤਾਂ ਕਿਸਾਨ ਹੈ, ਰੂਰਲ ਏਰੀਆ ਹੈ, ਵਿਮਨ ਹੈ, ਉਹ ਥੋੜਾ ਬੈਕ ਟਰੈਕ ਕਰ ਗਏ। ਆਫਟਰ ਤੁਹਾਨੂੰ ਵੋਟਾਂ ਤਾਂ ਇਹਨਾਂ ਲੋਕਾਂ ਦੇ ਆਉਣੀਆਂ ਨਾ। ਸ਼ਹਿਰੀ ਵੋਟ ਤਾਂ ਦਿੰਦੇ ਹੁੰਦੇ ਸੀ, ਬੀਜੇਪੀ ਨੂੰ ਵੋਟ ਦਿੰਦੇ ਸੀਗੇ ਜਾਂ ਉਹ ਕਾਂਗਰਸ ਨੂੰ ਵੋਟ ਦਿੰਦੇ ਆ। ਮੈਨੂੰ ਲੱਗਦਾ ਵੀ ਅਗਲੀ ਇਲੈਕਸ਼ਨ ਦੇ ਵਿੱਚ ਵੱਡਾ ਮੁਕਾਬਲਾ ਜੇ ਹੋਇਆ ਤੇ ਬੀਜੇਪੀ ਜਿਹੜੀ ਹੈਗੀ ਉਹ ਵੱਡੀ ਫੋਰਸ ਇਮਰਜ ਹੋ ਕੇ ਆਊਗੀ। ਹਾਂ, ਪੰਜਾਬ ਦੇ ਲੋਕਾਂ ਨੇ ਦੇਖਣਾ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਖਾਸ ਕਰਕੇ, ਪਰ ਜੇ ਬੀਜੇਪੀ ਡਿਵਾਈਡ ਕਰਨ 'ਚ ਕਾਮਯਾਬ ਹੋ ਗਈ, ਕਿਉਂਕਿ ਸਾਡਾ ਡੈਮੋਗ੍ਰਾਫ ਜਿਹੜਾ ਸਟਰਕਚਰ ਹੈਗਾ ਵਾ ਹਿੰਦੂ ਸਿੱਖਾਂ ਦਾ ਉਹ ਬਹੁਤ ਨੇੜੇ ਪਹੁੰਚ ਗਿਆ। ਔਰ ਬੀਜੇਪੀ ਦਾ ਸਾਰਾ ਤੁਸੀਂ ਦੇਖੋ ਸਾਰੇ ਬੰਦੇ ਉਹਨਾਂ ਨੇ ਜਿਹੜੇ ਹੈਗੇ ਸੀਗੇ ਉਹਦੀ ਕਾਰਜਕਾਰਨੀ ਬਣੀ ਆ, ਉਹ ਸਾਰੇ ਬੰਦੇ ਦੂਸਰੇ ਪਾਸਿਓਂ ਲੈਣ ਤੇ ਆ। ਪੁਰਾਣੇ ਬੰਦਿਆਂ ਨੂੰ ਲਾਂਭੇ ਕੱਢ ਕੇ ਕਾਂਗਰਸ ਵਾਲੇ ਲੈਣ ਤੇ ਆ, ਹੋਰ ਬੰਦੇ ਲੈਣ ਦਿੱਤੇ ਆ। ਤਾਂ ਬੀਜੇਪੀ ਦੀ ਸਟ੍ਰੈਟਜੀ ਜਿਹੜੀ ਹੁਣ ਤੋਂ ਬਣਨੀ ਸ਼ੁਰੂ ਹੋ ਗਈ ਕਿ ਪੰਜਾਬ ਨੂੰ ਕਿੱਦਾਂ 2024 ਦੇ ਵਿੱਚ ਜਿਹੜਾ ਤੁਸੀਂ ਟੈਕਲ ਕਰਨਾ ਹੈ। ਤਾਂ ਇਸ ਕਰਕੇ ਜੇ ਆਮ ਆਦਮੀ ਪਾਰਟੀ ਨੇ ਫਾਈਟ ਕਰਨਾ ਹੈ ਤੇ ਉਹਨੂੰ ਉਸ ਤਰੀਕੇ ਦੇ ਟੈਕਟਿਕਸ ਕਰਨੇ ਪੈਣਗੇ। ਕਾਂਗਰਸ ਦਾ ਐਡਵਾਂਟੇਜ ਹੈਗਾ ਪੰਜਾਬ ਦੇ ਵਿੱਚ, ਪਰ ਐਡਵਾਂਟੇਜ ਇਸੇ ਗੱਲ ਦੇ ਵਿੱਚ ਹੈਗਾ ਵੀ ਕਾਂਗਰਸ ਕਿਹੜੇ ਲੋਕਾਂ ਨੂੰ ਟਿਕਟਾਂ ਦਿੰਦੀ ਆ, ਕਿਹੜੇ ਲੋਕਾਂ ਨੂੰ ਅੱਗੇ ਲੈ ਕੇ ਆਉਂਦੀ ਆ, ਤੇ ਕਿਹੜੇ ਮੁੱਦੇ ਜਿਹੜੇ ਆ ਉਹ ਉਠਾਉਂਦੇ ਆ। ਮੈਨੂੰ ਇਹ ਤਾਂ ਮੈਂ ਥੋੜਾ ਕਹਿ ਸਕਦਾ ਕਿ ਬੀਜੇਪੀ ਦਾ ਇੱਥੇ ਡੋਮੀਨੇਟ ਕਰਨਾ ਅਜੇ ਤੱਕ ਲੋਕਾਂ ਨੂੰ ਬਹੁਤਾ ਐਕਸੈਪਟ ਨਹੀਂ ਹੋ ਰਿਹਾ। ਪਰ ਜਿਸ ਤਰੀਕੇ ਨਾਲ ਬੀਜੇਪੀ ਦੇ ਲੀਡਰ ਯੋਗੀ ਮਾਡਲ ਆਫ ਐਸਟੈਬਲਿਸ਼ਿੰਗ ਲਾ ਐਂਡ ਆਰਡਰ ਦੀ ਗੱਲ ਕਰ ਰਹੇ ਆ, ਉਹ ਕਿਤੇ ਨਾ ਕਿਤੇ ਜਾਂ ਅਰਬਨ ਪਾਪੂਲੇਸ਼ਨ ਨੂੰ ਜਾਂ ਰੂਰਲ ਪਾਪੂਲੇਸ਼ਨ ਨੂੰ ਵੀ ਥੋੜਾ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਬੈਠਦਾ ਵਾ, ਕਿਉਂਕਿ ਪੰਜਾਬ ਦਾ ਹਾਲਾਤ ਜਿਹੜੇ ਹੈਗੇ ਖਾਸ ਕਰਕੇ ਉਹ ਬਹੁਤ ਇਸ ਵੇਲੇ ਚੈਲੰਜਿੰਗ ਹੈਗੇ ਆ ਜੀ। ਇਨਸਿਕਿਉਰਿਟੀ ਬਹੁਤ ਜ਼ਿਆਦੀ ਆ, ਦਿਨ ਦਿਹਾੜੇ ਮਰਡਰ ਹੋ ਰਹੇ ਆ ਜਾਂ ਤੁਸੀਂ ਦੇਖਿਆ ਸਾਰਾ ਹੋਰ ਜੋ ਕੁਝ ਹੋ ਰਿਹਾ। ਤਾਂ ਇਸ ਕਰਕੇ ਉਹ ਬਹੁਤ ਹੀ ਇੱਕ ਇੰਟਰਸਟਿੰਗ ਇਲੈਕਸ਼ਨ ਹੋਊਗੀ। 3 ਕਾਰਨਰਡ ਵੀ ਹੋ ਸਕਦੀ ਆ, 4 ਕਾਰਨਰਡ ਵੀ ਹੋ ਸਕਦੀ ਆ, ਤੇ ਉਹਦੇ ਵਿੱਚੋਂ ਕਿਹੜਾ ਅੱਗੇ ਨਿਕਲਦਾ ਵਾ ਹੋ ਸਕਦਾ ਕਿ ਵੰਡ ਜਿੱਦਾਂ ਸਾਰੀਆਂ ਪਾਰਟੀਆਂ ਥੋੜਾ ਖੁਸ਼ ਹੋ ਕੇ ਜਿਹੜਾ ਹੈਗਾ ਸੀ ਉਹ ਇਲੈਕਸ਼ਨ ਦੇ ਵਿੱਚੋਂ ਬਾਹਰ ਨਿਕਲ ਆਉਣ ਜੀ। ਅੱਛਾ ਸੇਖੋ ਸਾਹਿਬ, 9 ਮਹੀਨੇ ਸਰਕਾਰ ਨੂੰ ਪੂਰੇ ਹੋਣ ਜਾ ਰਹੇ ਨੇ, ਤੁਸੀਂ ਕਿੱਦਾਂ ਇਹਦਾ ਵਿਸ਼ਲੇਸ਼ਣ ਕਰੋਗੇ ਕਿ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਪੁਰਾਣੀਆਂ ਸਰਕਾਰਾਂ ਚੱਲੀਆਂ, ਇਹ ਦਾਅਵੇ ਬਹੁਤ ਕਰਦੇ ਨੇ ਨਵੀਂ ਸਰਕਾਰ ਕਿ ਇਹ 75 ਸਾਲਾਂ 'ਚ ਨਹੀਂ ਹੋਇਆ ਜੀ, ਇਹ ਅਸੀਂ ਕੀਤਾ ਜੀ, ਇਹ ਸਾਡੀ ਪਾਰਟੀ ਕਰ ਸਕਦੀ ਹੈ ਜੀ। ਤੁਹਾਨੂੰ ਕੀ ਨਜ਼ਰ ਆ ਰਿਹਾ ਕੁਛ ਗਰਾਊਂਡ 'ਤੇ ਜ਼ਮੀਨੀ ਪੱਧਰ ਦੇ ਉੱਤੇ ਸਰਕਾਰ ਚੰਡੀਗੜ੍ਹੋਂ ਤਾਂ ਆਰਡਰ ਕਰਦੀ ਹੈ, ਚੰਡੀਗੜ੍ਹ ਤਾਂ ਕਾਗਜ਼ ਜਾਂਦਾ ਹੈ ਕਿ ਉਹਦਾ ਅਸਰ ਪਿੰਡਾਂ ਦੇ ਵਿੱਚ ਬੈਠੇ ਇੱਕ ਆਮ ਬੰਦੇ ਨੂੰ ਮਿਲਦਾ? ਇਹ ਤਾਂ ਤਕੀਆ ਕਲਾਮ ਬੰਦ ਕਰਨਾ ਚਾਹੀਦਾ। 75 ਸਾਲਾਂ 'ਚ ਕੁਛ ਨਹੀਂ ਹੋਇਆ।
ਹੋ ਸਕਦਾ ਜਿਹੜੇ ਪੈਦਾ ਹੋਏ ਪੋਲੀਟੀਸ਼ੀਅਨ ਜੇ 75 ਸਾਲਾਂ ਬਾਅਦ ਮੈਡੀਕਲ ਸਹੂਲਤਾਂ ਨਾ ਹੁੰਦੀਆਂ ਤੇ ਪੈਦਾ ਹੋਣ ਤੋਂ ਪਹਿਲਾਂ ਮਰ ਜਾਂਦੇ ਆ ਜਾਂ ਬਾਅਦ ਚ ਮਰ ਜਾਂਦੇ ਜੀ। ਇਹ ਜਿਹੜਾ ਤੱਜਾ ਕਲਾਮ ਹੈ ਨਾ ਬੇਸਿਕਲੀ ਇਹ ਬਹੁਤ ਜ਼ਿਆਦਾ ਤੁਸੀਂ ਨੇਗੇਟ ਕਰ ਰਹੇ ਹੋ। ਇਹ ਨੈਗੇਟਿਵ ਹੈਗਾ ਜਿਹੜਾ ਆਮ ਤੌਰ ਤੇ ਏਜੰਡਾ ਹੀ ਬਣ ਗਿਆ। ਬੀਜੇਪੀ ਦਾ ਅਸੀਂ ਹੁਣ ਇਹਨਾਂ ਨੇ ਵੀ ਸ਼ੁਰੂ ਕਰ ਦਿੱਤਾ ਜੀ, ਕਿਉਂਕਿ ਪੋਲਿਟਿਕਸ ਤਾਂ ਉਹੀ ਹੈ ਨਾ, ਜੋ ਬੀਜੇਪੀ ਕਹੀ ਜਾਂਦੇ ਹਮਨੇ ਕੀਆ ਉਹੀ ਕਹੀ ਜਾਂਦਾ ਹੈ। ਮੈਂ ਕੱਟੜ ਇਮਾਨਦਾਰੀ ਦੀਆਂ ਜ਼ਮਾਨਤਾਂ ਦੇ ਇਹ ਠੀਕ ਹੈ, ਪਰ ਜੇ ਆਬਜੈਕਟਿਵਲੀ ਦੇਖਿਆ ਜਾਵੇ ਫਰਕ ਪਿਆ, ਗਰਾਊਂਡ ਤੇ ਫਰਕ ਪਿਆ ਇਹਦੀ ਪਰਫਾਰਮੈਂਸ ਦਾ। ਉਹ ਥੋੜੀ ਆ ਜਾਂ ਬਹੁਤ ਘੱਟ ਹੈਗੀ ਹੈ। ਪਹਿਲੇ ਬਹੁਤ ਕਰਪਟ ਸੀਗੇ, ਪਹਿਲੇ ਬਹੁਤ ਮਾੜੇ ਸੀਗੇ, ਚਾਹੇ ਉਹ ਇਲੈਕਟਡ ਰਿਪਰੈਜ਼ੈਂਟੇਟਿਵ ਸੀਗੇ, ਚਾਹੇ ਉਹ ਦੂਸਰੇ ਬਿਊਰੋਕਰੇਟ ਸੀਗੇ, ਚਾਹੇ ਕੁਝ ਸੁਣਦਾ ਨਹੀਂ ਸੀਗਾ। ਇਹਦੇ ਨਾਲ ਜਿਹੜੀ ਗੁੱਡਵਿਲ ਤਾਂ ਪੈਦਾ ਹੋਈ, ਖਾਸ ਕਰਕੇ ਕਰਪਸ਼ਨ ਵਾਲਾ ਐਲੀਮੈਂਟ ਹੈਗਾ। ਲੋਕੀ ਪੁਲਿਸ ਤੋਂ ਉਹਨਾਂ ਜ਼ਿਆਦਾ ਨਹੀਂ ਡਰਦੇ ਜੀ, ਜਾਂ ਜਿਸ ਤਰੀਕੇ ਦੇ ਨਾਲ ਹਾਂ ਬਿਜਲੀ ਦਾ ਵੀ ਬਹੁਤ ਵੱਡਾ ਗੱਲ ਹੈਗਾ। ਜਿਹੜੇ ਗਰੀਬ ਪੰਜਾਬ ਦੇ ਵਿੱਚ, ਪੰਜਾਬ ਤਾਂ ਉਹ ਸਟੇਟ ਆ ਜਿੱਥੇ ਮਤਲਬ ਪਾਵਰਟੀ ਪਹਿਲੇ ਸਮੇਂ 'ਚ ਵੱਧਦੀ ਜਾ ਰਹੀ ਆ, ਤੇ ਉਹਨਾਂ ਲੋਕਾਂ ਨੂੰ ਜਿਹੜੀਆਂ ਹੈਗਾ ਹੁਣ ਬਿਜਲੀ ਦਾ ਜਿਹੜਾ ਇਸ ਤਰੀਕੇ ਦਾ ਦਿੱਤਾ ਹੈਗਾ। ਜਾਂ ਇਹਨਾਂ ਨੇ ਜਿਹੜੇ ਹੋਰ ਸੁਧਾਰ, ਪ੍ਰਸ਼ਾਸਨਿਕ ਸੁਧਾਰ ਲਿਆਂਦੇ ਆ, ਉਹਦੇ ਨਾਲ ਅਸਰ ਪਿਆ, ਪੋਜ਼ਿਟਿਵ ਅਸਰ ਪਿਆ ਵਾ। ਪਰ ਲੋਕਾਂ ਦੀ ਐਕਸਪੈਕਟੇਸ਼ਨ ਬਹੁਤ ਜ਼ਿਆਦੀਆਂ ਕਿਉਂਕਿ ਲੋਕਾਂ ਨੇ ਅਨਐਕਸਪੈਕਟਡ ਜਿਹੜੀ ਇਹਨਾਂ ਨੂੰ ਮੈਂਡੇਟ ਦਿੱਤਾ ਉਹਦੇ ਵਿੱਚੋਂ ਕਰਕੇ। ਤਾਂ ਜਦੋਂ ਆਪਾਂ ਉਹਨਾਂ ਨਾਲ ਕੰਪੇਅਰ ਕਰਦੇ ਹਾਂ ਪੁਰਾਣੇ ਰਜੀਮਸ ਦੇ ਨਾਲ, ਇਹ ਠੀਕ ਆ। ਪਰ ਇਹ ਪੰਜਾਬ ਦੇ ਲੋਕ ਵੀ ਐਕਸਪੈਕਟ ਕਰਦੇ ਆ ਕਿ ਪੰਜਾਬ ਦਾ ਸਮੱਸਿਆ ਬਹੁਤ ਗੁੰਝਲਦਾਰ ਹੈ, ਢਾਂਚਾਗਤ ਸਮੱਸਿਆ ਬਣ ਗਈ ਹੈ ਲਾ ਐਂਡ ਆਰਡਰ ਦੀ ਜਾਂ ਸਾਡੀ ਜਿਹੜੀ ਇਕਨੋਮਿਕ ਪੋਜੀਸ਼ਨ ਦੀ। ਪੰਜਾਬ ਦੀ ਸਰਕਾਰ ਨੂੰ ਜਾਂ ਮੁੱਖ ਮੰਤਰੀ ਨੂੰ ਜਾਂ ਮੰਤਰੀਆਂ ਨੂੰ ਪੰਜਾਬ ਤੇ ਫੋਕਸ ਜ਼ਿਆਦਾ ਦੇਣਾ ਚਾਹੀਦਾ। ਇਹ ਕਿਸੇ ਦੀ ਐਵੇਂ ਕੁੱਸੜ ਚੜ੍ਹ ਕੇ ਨਾ ਐਵੇਂ ਨਾ ਉਹ ਤੁਰੇ ਨਾ ਫਨੇ। ਪੰਜਾਬ ਦੇ ਲੋਕ ਐਕਸਪੈਕਟ ਨਹੀਂ ਕਰਦੇ। ਇੱਕ ਪਾਸੇ ਉਹ ਕਹਿੰਦੇ ਠੀਕ ਆ ਕਿ ਇਹ ਜਿਹੜਾ ਹੈਗਾ ਤੁਸੀਂ ਜਿਹੜਾ ਚੰਗਾ ਕੰਮ ਕਰ ਰਹੇ ਹੋ, ਪਰ ਉਹ ਕਹਿੰਦੇ ਵੀ ਕਿਸੇ ਦੀ ਕਠਪੁਤਲੀ ਨਾ ਬਣੋ। ਇਹ ਪੰਜਾਬ ਦੇ ਲੋਕਾਂ ਦੀ ਫਿਤਰਤ ਹੈਗੀ ਆ, ਉਹ ਇਹਦੇ ਵਿੱਚੋਂ ਨੈਗੇਟਿਵ ਜਾਂਦਾ ਹੈ। ਤਾਂ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਅੱਜ ਤੱਕ ਜਿਸ ਤਰੀਕੇ ਦੇ ਨਾਲ ਇਹਨਾਂ ਨੇ 6, 7, 8, 9 ਮਹੀਨੇ ਦੀ ਜਿਹੜੀ ਸਰਕਾਰ ਹੈਗੀ ਆ, ਤੇ ਉਹਦੇ ਵਿੱਚ ਸੈਟਿਸਫੈਕਸ਼ਨ ਤੁਹਾਨੂੰ ਮਿਲੂਗੀ ਔਰ ਸੈਟਿਸਫੈਕਸ਼ਨ ਦਾ ਨੰਬਰ ਕਾਫੀ ਹਾਈ ਹੋਊਗਾ ਜੇ ਤੁਸੀਂ ਆਮ ਲੋਕਾਂ ਦੇ ਨਾਲ ਗੱਲਬਾਤ ਕਰੋਗੇ। ਖਾਸ ਕਰਕੇ ਜਿਹੜੀਆਂ ਉਹਨਾਂ ਦੀਆਂ ਇੰਪਲਾਇਮੈਂਟ ਦੀ ਗੱਲ ਆਈ ਆ ਉਹ ਹੋ ਰਹੀ ਆ, ਪਰ ਇਹਨਾਂ ਨੇ ਲਾਰੇ ਹੀ ਇਹਨੇ ਲਾਤੇ ਸੀਗੇ ਵੀ ਹਰ ਕੰਟਰੈਕਟ ਵਰਕ ਪੱਕਾ ਕੀਤਾ ਜਾਊਗਾ ਜਾਂ ਹਰ ਇੰਨੀ ਨੌਕਰੀ ਦਿੱਤੀ ਜਾਊਗੀ ਜਾਂ ਦੂਸਰਾ ਕੰਮ ਕੀਤਾ ਜਾਊਗਾ। ਇਹ ਬਿਗਨਿੰਗ ਗੁੱਡ ਹੈਗੀ ਆ, ਪਰ ਇਹ ਬਿਗਨਿੰਗ ਨੂੰ ਸਸਟੇਨ ਕਿੱਦਾਂ ਕਰ ਸਕਦੇ ਆ, ਕਿਉਂਕਿ ਇਹ ਜਿਹੜਾ ਝਾੜੂ ਨੂੰ ਇਕੱਠਾ ਰੱਖਣਾ ਬਹੁਤ ਜ਼ਰੂਰੀ ਆ ਜੀ। ਇਹਨਾਂ 'ਚ ਬਣੀ ਦੇ ਲੋਕ ਇਕੱਠੇ ਹੋਏ ਆ, ਅੱਧੇ ਕਾਂਗਰਸ ਵਾਲੇ ਆਏ ਆ, ਕੋਈ ਅਕਾਲੀਆਂ ਵੱਲੋਂ ਆਏ ਆ, ਕੋਈ ਦੂਸਰੇ ਪਾਸੇ ਵੱਲੋਂ, ਕੋਈ ਤੀਸਰੇ ਪਾਸੇ ਵੱਲੋਂ ਆਏ ਆ। ਕੀ ਉਹਨਾਂ ਨੂੰ ਕੋਈ ਆਈਡੀਓਲੋਜੀ ਹੈਗੀ ਆ, ਉਹ ਆਈਡੀਓਲੋਜੀ ਨਾਲ ਬੰਨ੍ਹਦੇ ਆ ਜਾਂ ਉਹਨਾਂ ਦੀ ਕਿਸ ਕਿਸਮ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ। ਜਿਹੜੀ ਸੈਂਟਰਲਾਈਜ਼ੇਸ਼ਨ ਪਾਵਰ ਹੁੰਦੀ ਆ ਨਾ, ਕੇਜਰੀਵਾਲ ਕੋ ਪਾਵਰ ਆ, ਭਗਵੰਤ ਮਾਨ ਆਲ ਇਨ ਆਲ ਆ, ਇਹ ਬਹੁਤਾ ਲੰਮਾ ਸਮਾਂ ਨਹੀਂ ਚੱਲਦੀ। ਜਿਹੜੀ ਸੈਂਟਰਲਾਈਜ਼ੇਸ਼ਨ ਆਫ ਪਾਵਰ ਹੁੰਦੀ ਆ, ਇਹ ਕ੍ਰਾਈਸਿਸ ਖੜਾ ਕਰਦੀ ਆ। ਇਹਦੇ ਵਿੱਚੋਂ ਜਿਹੜੀ ਕਿਸੇ ਕਿਸਮ ਦਾ ਨਾ ਇੱਕ ਅਬਰਪਟਲੀ ਜਿਹੜਾ ਨਾ ਉਹ ਜਿਹੜਾ ਚੇਂਜ ਨਹੀਂ ਹੁੰਦੀ, ਫਿਰ ਅਬਰਪਟਲੀ ਇਹ ਟੁੱਟਦਾ ਤਿੜਕਦਾ ਹੈ ਜੀ। ਲੋਕਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਆ। ਅਗਲਾ ਵੱਡਾ ਇਹਨਾਂ ਦਾ ਇਮਤਿਹਾਨ ਹੈਗਾ ਕਿ ਜੇ ਪੰਚਾਇਤੀ ਰਾਜ ਦੀਆਂ ਚੋਣਾਂ ਹੁੰਦੀਆਂ ਜਾਂ ਮਿਊਨਿਸਪਲ ਕਮੇਟੀ ਦੀਆਂ ਹੁੰਦੀਆਂ, ਉੱਥੇ ਲੋਕਾਂ ਨੂੰ ਕਿੰਨੀ ਫਰੀਡਮ ਦਿੰਦੇ ਆ ਜਾਂ ਪਹਿਲਾਂ ਵਾਲਾ ਹੀ ਕੰਮ ਕਰਨਗੇ। ਸਾਡੇ ਦੇਸ਼ ਦੀ ਡੈਮੋਕ੍ਰੇਸੀ ਦੀ ਜਿਹੜੀ ਫਾਊਂਡੇਸ਼ਨ ਆ ਉਹ ਪਿੰਡ ਵਾ, ਬਿਲਕੁਲ, ਉਹ ਸ਼ਹਿਰ ਵਾ, ਉਹ ਕਸਬੇ ਆ। ਜੇ ਤਾਂ ਉੱਥੇ ਰੀਅਲ ਡੈਮੋਕ੍ਰੇਸੀ ਇਹਨਾਂ ਨੇ ਰਿਵਾਈਵ ਕਰਤੀ। ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਕਿ ਜਿਹੜੀ ਗ੍ਰਾਮ ਸਭਾ ਕਰਵਾਤੀਆਂ, ਅਜੇ ਕਿ ਉਹ ਸ਼ੁਰੂ ਹੋਇਆ, ਪੰਜਾਬ ਦੇ ਵਿੱਚ ਹੋਈਆਂ ਨਹੀਂ ਸੀਗੀਆਂ। ਇਹ ਪ੍ਰੋਸੈਸ ਨੂੰ ਹੋਰ ਇੰਸਟੀਟਿਊਸ਼ਨਲਾਈਜ਼ ਕਰਨ, ਇਹ ਉਹਨਾਂ ਜੜ੍ਹਾਂ ਨੂੰ ਤਕੜੀਆਂ ਕਰਨ। ਹਾਂ, ਪਰ ਇਹ ਸਮੱਸਿਆ ਹੁਣ ਇਹ ਆ ਰਹੀ ਹੈ ਵੀ ਜਿਨ੍ਹਾਂ ਪਾਰਟੀਆਂ ਦੇ ਲੀਡਰਾਂ ਨੂੰ, ਸਰਪੰਚਾਂ ਨੇ, ਪੰਚਾਂ ਨੇ ਕਾਂਗਰਸ ਅਕਾਲੀਆਂ ਨੂੰ ਹਰਾਇਆ ਸੀ, ਉਹ ਹੁਣ ਉਹ ਪੀੜੀਆਂ ਪੱਗ ਬਣ ਕੇ ਇਹਨਾਂ ਦੀ ਤੁਰਿਆ ਆ ਰਹੀ। ਇਹਨਾਂ ਲਈ ਵੱਡਾ ਚੈਲੰਜ ਹੈਗਾ ਕਿ ਕਿਉਂਕਿ ਕੋਈ ਆਪਣਾ ਪਾਰਟੀ ਸਟਰਕਚਰ ਨਹੀਂ ਹੈਗਾ, ਕੋਈ ਢਾਂਚਾ ਨਹੀਂ ਹੈਗਾ, ਸਾਰਾ ਕੁਝ ਨੋਮੀਨੇਸ਼ਨ ਜੀ। ਅਸਲ 'ਚ ਪਾਰਟੀ ਪ੍ਰੋਸੈਸ ਦੇ ਵਿੱਚ ਤੁਹਾਨੂੰ ਇਲੈਕਸ਼ਨ ਪ੍ਰੋਸੈਸ ਥੱਲੇ ਸ਼ੁਰੂ ਹੋਣਾ ਚਾਹੀਦਾ। ਉਹ ਇਸ ਕਰਕੇ ਕਿ ਇਹਨਾਂ ਦੀ ਸੈਂਟਰ ਦੇ ਲੀਡਰਸ਼ਿਪ 'ਚ ਇਹ ਨਹੀਂ ਹੈਗਾ। ਸੋ ਇਸ ਕਰਕੇ ਬਿਗਨਿੰਗ ਠੀਕ ਆ, ਹੁਣ ਤੱਕ ਠੀਕ ਆ ਦੂਸਰਿਆਂ ਦੇ ਮੁਕਾਬਲੇ, ਕਿਉਂਕਿ ਦੂਸਰੇ ਬਹੁਤ ਜਿਹੜੇ ਸੀ ਲੋਕੀ ਉਹਨਾਂ ਨੂੰ ਬਾਹਰ ਕੱਢ ਕੇ ਕੀਤਾ, ਪਰ ਇਹਨੂੰ ਸਸਟੇਨ ਕਰਨਾ ਇਹਨਾਂ ਲਈ ਬਹੁਤ ਵੱਡਾ ਚੈਲੰਜ ਆ। ਸਾਡਾ ਐਗਰੀਰੀਅਨ ਕ੍ਰਾਈਸਿਸ ਸਾਡੇ ਕੋਲ ਹੈਗਾ, ਆਉਣ ਵਾਲੇ ਸਮੇਂ 'ਚ ਹੋਰ ਹੋਊਗਾ, ਕਿਉਂਕਿ ਜੇ ਕਲਾਈਮੇਟ ਚੇਂਜ ਹੁੰਦਾ ਤਾਂ ਉਹ ਨਹੀਂ। ਪੰਜਾਬ ਬਾਰਡਰ ਸਟੇਟ ਹੈਗੀ ਆ, ਵੱਡੀ ਇੰਡਸਟਰੀ ਨਹੀਂ ਆ ਸਕਦੀ, IT ਇੰਡਸਟਰੀ ਇੱਥੇ ਲਿਆਂਦੀ ਜਾ ਸਕਦੀ ਆ, ਉਹਦੇ ਬਾਰੇ ਕਿੰਨੀਆਂ ਐਫਰਟਸ ਕਰਦੇ ਆ। ਜਾਂ ਗੁੱਡ ਕੁਆਲਿਟੀ ਐਜੂਕੇਸ਼ਨ, ਪਬਲਿਕ ਸਿਸਟਮ ਦੇ ਵਿੱਚ ਐਜੂਕੇਸ਼ਨ ਕਿੰਨੀ ਵਧੀਆ ਦਿੰਦੇ ਆ, ਹੈਲਥ ਕਿੰਨੀ ਵਧੀਆ ਦਿੰਦੇ। ਪੰਜਾਬ ਤਾਂ ਵੈਸੇ ਐਜੂਕੇਸ਼ਨ ਦੇ ਵਿੱਚ ਪਹਿਲਾਂ ਹੀ ਬਹੁਤ ਅੱਗੇ ਆ ਚੁੱਕਾ ਸੀਗਾ। ਇਹ ਕ੍ਰੈਡਿਟ ਅਮਰਿੰਦਰ ਸਿੰਘ ਨੂੰ ਜਾਂਦਾ ਜਾਂ ਥੋੜ੍ਹਾ ਬਾਦਲ ਸਾਹਿਬ ਨੂੰ ਵੀ ਜਾਂਦਾ ਜੀ। 13, 14, 15 ਤੋਂ ਬਾਅਦ ਸਾਡਾ ਐਜੂਕੇਸ਼ਨ 'ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀਗਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਠੀਕ ਠਾਕ ਕੀਤਾ। ਇਹ ਉਹ ਕਿੰਨਾ ਉਸ ਜਿਹੜੀ ਲੈਗੇਸੀ ਨੂੰ ਕੰਟੀਨਿਊ ਕਰਦੇ ਆ, ਡਿਮੋਲਿਸ਼ ਨਾ ਕਰਨ ਕਿ ਉਹਨੇ ਆਹ ਕੁਛ ਨਹੀਂ ਕੀਤਾ, ਪਹਿਲਾਂ ਕੁਛ ਨਹੀਂ ਹੋਇਆ। ਅਸੀਂ ਇਹ ਲੋਕਾਂ ਨੂੰ ਐਜੀਟੇਟ ਕਰਦਾ, ਇਹ ਇਰੀਟੇਟ ਕਰਦਾ। ਹਾਂ, ਇਹ ਜ਼ਰੂਰ ਹੈਗਾ ਕਿ ਇਹਨਾਂ ਨੂੰ ਗੁੱਡ ਕੁਆਲਿਟੀ ਜਿਹੜੇ ਹੈਗੇ ਆਪਣੇ ਐਡਮਿਨਿਸਟ੍ਰੇਟਰ ਸਾਡੇ ਕੋਲ ਆਪਣੇ ਇਕਨੋਮਿਕਸ ਵਾਲੇ ਹੈਗੇ ਆ, ਉਹਨਾਂ 'ਤੇ ਰਿਲਾਈ ਕਰਨਾ ਚਾਹੀਦਾ। ਦਿੱਲੀ 'ਤੇ ਜੇ ਡਿਪੈਂਡੈਂਸ ਥੋੜ੍ਹੀ ਘਟਾਉਣਗੇ, ਆਪ ਆਟੋਨਮਸ ਹੋਣਗੇ, ਉਹਦੇ ਲਈ ਇਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਪ੍ਰੋ ਐਜ਼ ਏ ਰੀਜਨਲ ਪਾਰਟੀ ਦੇ ਤੌਰ 'ਤੇ ਤਕੜੇ ਹੋਣਾ ਪੈਣਾ।
ਲੋਕਾਂ ਦੇ ਨਾਲ ਮਿਲਣਗੇ, ਜੀ ਲੋਕਾਂ ਨਾਲ ਇੰਟਰੈਕਟ ਕਰਨਗੇ, ਲੋਕਾਂ 'ਚ ਬੈਠਣਗੇ, ਜਿਹੜਾ ਹੁਣ ਇਹਨਾਂ ਨੂੰ ਸਮੱਸਿਆ ਆ ਰਹੀ ਆ, ਫਿਰ ਤਾਂ ਇਹ ਕੰਮ ਆਪਣਾ ਲੰਮਾ ਸਮਾਂ ਲੈ ਜਾਣਗੇ। ਨਹੀਂ ਤੇ ਬੀਜੇਪੀ ਬੈਠੀ ਆ ਜੀ, ਹਰ ਪਾਸੇ ਵੱਲ ਉਹਦਾ ਧਿਆਨ ਹੈਗਾ ਵਾ। ਇਹ ਠੀਕ ਆ ਕਿ ਕੋਈ ਨੰਬਰ ਬਹੁਤ ਜ਼ਿਆਦਾ 5 ਸਾਲ ਇਹ ਪੂਰੇ ਕਰਨਗੇ। ਜੇ ਇਹਦੇ ਵਿੱਚ ਲੋਕਾਂ ਦੀਆਂ ਆਸ਼ਾਵਾਂ ਤੇ ਆ ਜਾਂਦੇ ਆ ਤੇ ਫਿਰ ਇਹਨਾਂ ਨੂੰ ਤਾਂ ਖੈਰ ਮੇਰੇ ਖਿਆਲ ਇਹ ਕੰਟੀਨਿਊ ਕਰ ਸਕਦੇ ਆ ਜੀ। ਅਦਰਵਾਈਜ਼ ਚੈਲੰਜ ਤਾਂ ਇਹਨਾਂ ਲਈ ਹੈ ਜੀ ਪ੍ਰੋਫੈਸਰ ਸਾਹਿਬ, ਇਹ ਗੱਲਬਾਤ ਅਸੀਂ ਇੱਥੇ ਸਮਾਪਤ ਨਹੀਂ ਕਰਨੀ, ਇਸ ਗੱਲਬਾਤ ਨੂੰ ਆਪਾਂ ਹੋਰ ਅੱਗੇ ਲੈ ਕੇ ਜਾਵਾਂਗੇ, ਪਰ ਫਿਲਹਾਲ ਅੱਜ ਦੇ ਲਈ ਆਪਾਂ ਨੂੰ ਇਹ ਗੱਲਬਾਤ ਇੱਥੇ ਰੋਕਣੀ ਪਏਗੀ ਤੇ ਨਾਲ ਦੀ ਨਾਲ ਅਸੀਂ ਉਡੀਕ ਕਰਾਂਗੇ ਸਾਡੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਟਿੱਪਣੀਆਂ ਕਰ ਦੇਣਗੇ, ਉਹਨਾਂ ਦੇ ਜਿਹੜੇ ਸਵਾਲ ਹੋਣਗੇ ਆਪਾਂ ਤੁਹਾਨੂੰ ਅਗਲੀ ਮੁਲਾਕਾਤ 'ਚ ਲਵਾਂਗੇ। ਤੁਸੀਂ ਅੱਜ ਜੁੜੇ, ਸਮਾਂ ਕੱਢਿਆ, ਬਹੁਤ ਸ਼ੁਕਰੀਆ, ਧੰਨਵਾਦ ਜੀ, ਚੰਗਾ ਲੱਗਿਆ ਗੱਲ ਕਰਕੇ। ਤਾਂ ਅੱਜ ਦੀ ਇਸ ਮੁਲਾਕਾਤ ਦੇ ਵਿੱਚ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ ਦੇ ਨਾਲ ਗੱਲਬਾਤ ਕੀਤੀ। ਪੰਜਾਬ ਦੇਸ਼ ਦੀ ਸਿਆਸਤ ਕਿਹੜੇ ਵਾਲੇ ਪਾਸੇ ਮੋੜਾ ਕੱਟ ਸਕਦੀ ਹੈ, ਕੀ ਕੁਝ ਨਵੇਂ ਹਾਲਾਤ, ਨਵੇਂ ਸਮੀਕਰਨ ਬਣ ਸਕਦੇ ਨੇ, ਉਹਨਾਂ ਬਾਰੇ ਗੱਲਬਾਤ ਕੀਤੀ ਹੈ। ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈਗਾ ਤੇ ਤੁਹਾਡੇ ਸਵਾਲ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜ਼ਿਹਨ ਦੇ ਵਿੱਚ ਹੈ ਕਿ ਇਹ ਸਵਾਲ ਤਾਂ ਪ੍ਰੋਫੈਸਰ ਸਾਹਿਬ ਨੂੰ ਪੁੱਛਿਆ ਜਾਵੇ ਕਿ ਇਸ ਦੇ ਉੱਤੇ ਕੀ ਹੋ ਸਕਦਾ ਹੈ, ਤੇ ਉਹਨਾਂ ਦੀ ਸਾਨੂੰ ਉਡੀਕ ਰਹੇਗੀ। ਤੇ ਅਗਲੀ ਮੁਲਾਕਾਤ ਦੇ ਵਿੱਚ ਤੁਹਾਡੇ ਸਵਾਲਾਂ ਦੇ ਨਾਲ ਪ੍ਰੋਫੈਸਰ ਸਾਹਿਬ ਨਾਲ ਜ਼ਰੂਰ ਰੂਬਰੂ ਹੋਵਾਂਗੇ। ਫਿਲਹਾਲ ਅੱਜ ਦੀ ਇਸ ਮੁਲਾਕਾਤ ਦੇ ਵਿੱਚ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।